गुरु गोबिंद सिंह जी ਪੰਜਾਂ ਪਿਆਰਿਆਂ ਨੂੰ ਪਾਤਸ਼ਾਹੀ ਦਿੰਦੇ ਨੇ। ਗੁਰੂ ਖਾਲਸਾ ਕਹਿ ਕੇ ਆਪ ਖੰਡੇ ਦੀ ਪੌਲ ਮੰਗਦੇ ਨੇ। ਉਹ ਪੰਜ ਪਿਆਰੇ ਅੱਜ ਬਾਬਰ ਦੀ ਰਾਜਨੀਤੀ ਕਰਨ ਵਾਲਿਆਂ ਦੇ ਨੌਕਰ ਬਣੇ ਹੋਏ। ਸੰਗਲ ਪਾ ਲਿਆ ਸੈਂਟਰ ਗਵਰਨਮੈਂਟ ਨੇ ਤੇ ਪੰਜਾਬ ਗਵਰਨਮੈਂਟ ਨੇ। ਸਾਡੇ ਲੀਡਰਾਂ ਨੇ ਪਵਾਇਆ ਉਪ ਨਿਯਮ ਬਣਾਉਣ ਕਰਕੇ। ਸਾਡਾ ਐਡਾ ਵੱਡਾ ਸਰਮਾਇਆ, ਇੰਨੀਆਂ ਵੱਡੀਆਂ ਜਾਇਦਾਦਾਂ, ਐਡੇ ਵੱਡੇ ਸਿਧਾਂਤ ਇੱਕ ਮਾਮੂਲੀ ਜਿਹਾ ਬੰਦਾ ਖਤਮ ਕਰੀ ਜਾ ਰਿਹਾ। ਹਾਈ ਕੋਰਟ 2008 ਤੋਂ ਪੁੱਛ ਰਿਹਾ ਇਹਨਾਂ ਨੂੰ ਕਿ ਇਹ ਸਾਰਾ ਸਮਾਨ ਜਿਹੜਾ ਦਿੱਲੀ ਤੋਂ ਵਾਪਸ ਆਇਆ ਜਿਹਦਾ ਇਹ ਪ੍ਰੂਫ ਆ ਉਹ ਕਿੱਥੇ ਆ। ਤੇ ਉਹ 2019 ਚ ਇੱਕ ਦੇ ਜਵਾਬ ਦਿੱਤਾ ਪ੍ਰਧਾਨ ਨੇ ਕਿ ਅਸੀਂ ਜੀ ਇਹ ਲੱਭ ਰਹੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਹੋਣ ਵਾਲੀ ਮਿਲਾਵਟ ਨੂੰ ਰੋਕ ਪਾਵਾਂਗੇ ਜੇ ਇਹ ਗ੍ਰੰਥ ਸਾਨੂੰ ਨਾ ਮਿਲੇ। ਮੈਂ ਇਹਦੇ ਲਈ ਸਭ ਤੋਂ ਵੱਡਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਮਝਦਾ, ਉਹਦੇ ਪੁੱਤਰ ਨੂੰ ਸਮਝਦਾ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਬੰਦ ਪਈ ਆ। 37 ਸਕੂਲ ਨੇ ਸਾਡੇ, ਉਹ ਘਾਟੇ 'ਚ ਨੇ ਤੇ ਕਈ ਬੰਦ ਪਏ ਨੇ। ਅਸੀਂ ਇਹ ਦੇਖਦੇ ਹਾਂ ਕਿ ਇਸ ਆਲਮ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦਾ ਪਬਲਿਕ ਸਕੂਲ ਜਿਹੜਾ ਉਹਨਾਂ ਦੀ ਮਾਤਾ ਦੇ ਨਾਂ ਦਾ, ਉਹ ਨਹੀਂ ਬੰਦ। ਅਕਾਲ ਤਖਤ ਤੇ ਕਮੇਟੀ ਆਪਣੀ ਹੋਂਦ ਗਵਾ ਚੁੱਕੇ ਨੇ। ਤੋ ਅੱਜ ਸਟੇਜ ਤੋਂ ਉਹ ਕਹੇ ਕਿਸੇ ਤੋਂ ਕਿ ਇਹ ਭੁੱਲਰ ਸਾਹਿਬ ਨੂੰ, ਜਿਹੜੇ ਸਾਡੇ ਨੌਜਵਾਨ ਜੇਲ੍ਹਾਂ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। 15 ਸਾਲ ਤੁਹਾਨੂੰ ਕੋਈ ਯਾਦ ਨਹੀਂ ਆਈ ਕਿਸੇ ਸਿੱਖ ਦੀ। ਅੱਜ ਇਹ ਗਿਆਨੀ ਨੂੰ ਵੀ ਯਾਦ ਆ ਗਈ, ਹਰਪ੍ਰੀਤ ਸਿੰਘ ਨੂੰ। ਫਰਕ ਉਦੋਂ ਪੈਂਦਾ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ 8 ਕਰੋੜ ਦੇ ਬਿੱਲ 21 ਕਰੋੜ ਦੇ ਕਰਕੇ ਪਾਓ, ਜਦੋਂ ਤੁਸੀਂ ਇੱਕ ਸ਼ਾਮਿਆਨੇ ਤੇ 12 ਕਰੋੜ ਦਾ ਬਿੱਲ ਪਾ ਕੇ ਪੀਟੀਸੀ ਨੂੰ ਦੇ ਦਿਓ ਚੈੱਕ। RSS ਇੱਕ ਸੰਸਥਾ ਦੇ ਤੌਰ ਤੇ ਸਾਡੇ ਵਿੱਚ 100 ਵਾਰੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇ, ਸਾਡਾ ਕੀ ਵਿਗਾੜ ਸਕਦਾ? ਕੁਛ ਨਹੀਂ ਵਿਗਾੜ ਸਕਦਾ। ਮੁੱਦਿਆਂ ਦੀ ਤੁਸੀਂ ਗੱਲ ਕੀਤੀ, ਇਹ ਪੋਲੀਟੀਕਲ ਲੋਕਾਂ ਨੇ ਭੁਨਾਏ ਨੇ। ਇਹਦੇ ਲਈ ਬਾਲਣ ਬਣਾ ਕੇ ਸਿੱਖਾਂ ਦਾ ਭੱਠੀ 'ਚ ਪਵਾ ਕੇ ਉਹਨਾਂ ਤੇ ਫੁਲਕੇ ਸੇਕ ਕੇ ਆਪਣੇ ਬੱਚਿਆਂ ਨੂੰ ਖਵਾਏ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਸਤਿ ਸ੍ਰੀ ਅਕਾਲ। ਅੱਜ ਅਸੀਂ ਇੱਕ ਵਿਸ਼ੇਸ਼ ਇੰਟਰਵਿਊ ਲੈ ਕੇ ਹਾਜ਼ਰ ਹੋਏ ਹਾਂ। ਪੂਰੇ ਵਿਸ਼ਵ ਦੇ ਵਿੱਚ ਜਾਣੀ ਪਛਾਣੀ ਸ਼ਖਸੀਅਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਸਾਹਿਬ ਰਣਜੀਤ ਸਿੰਘ ਜੀ, ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ। ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੇ ਮੁੱਦਿਆਂ 'ਤੇ, ਜਿਸ ਵਿੱਚ ਸਿੱਖ ਸਿਆਸਤ, ਪੰਜਾਬ ਦੇ ਹਾਲਾਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸਾਹਿਬਾਨ ਅਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲਾ ਤੇ ਗੁਰਬਾਣੀ ਪ੍ਰਸਾਰਨ ਦਾ ਮਸਲਾ। ਇਹੋ ਜਿਹੇ ਮਸਲਿਆਂ 'ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਅੱਜ ਵਿਚਾਰ ਹੈ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਆਪਣੇ ਵਿਚਾਰ ਦੇ ਵੱਖ-ਵੱਖ ਮੰਚਾਂ ਤੋਂ ਪੇਸ਼ ਕਰਦੇ ਹੀ ਰਹਿੰਦੇ ਹੋ ਜੀ। ਜ਼ਿਆਦਾਤਰ ਜੇ ਵਿਚਾਰਾਂ ਨੂੰ ਅਸੀਂ ਗੌਰ ਨਾਲ ਸੁਣੀਏ ਤਾਂ ਮੌਜੂਦਾ ਸਿੱਖ ਸਮੱਸਿਆਵਾਂ ਦੇ ਇਰਦ ਗਿਰਦ ਤੁਸੀਂ ਘੁਮਾਉਂਦੇ ਹੋ ਕਿ ਕਿਸ ਤਰ੍ਹਾਂ ਸਾਡੇ ਅਦਾਰੇ, ਸੰਸਥਾਵਾਂ ਜਿਹੜੀਆਂ ਹਨ ਚੰਗੇ ਹੱਥਾਂ ਵਿੱਚ ਜਾਣ ਤਾਂ ਕਿ ਸਾਡਾ ਕੋਈ ਬੱਚਿਆਂ ਦਾ ਭਵਿੱਖ, ਸਾਡਾ ਕੁਝ ਬਣ ਸਕੇ, ਸਵਾਰ ਹੋ ਸਕੇ। ਇਸ ਵੇਲੇ ਸਭ ਤੋਂ ਜਿਹੜੀ ਮੁੱਖ ਜਿਹੜੀ ਗੱਲ ਹੈ, ਜਿਹੜੀ ਚੀਜ਼ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ, ਉਹ ਕੋਈ 2-4 ਤੁਸੀਂ ਗਿਣਨੀਆਂ ਹੋਣ ਤੇ ਕਿਹੜੀਆਂ ਨੇ? ਅਸਲ 'ਚ ਸਾਡੇ ਮੂਲ ਨੂੰ, ਸਾਡੀ ਜੜ ਨੂੰ ਘੁਣ ਲੱਗਾ ਹੋਇਆ। ਮੁਗਲਾਂ ਦੇ ਟਾਈਮ ਤੋਂ ਇੱਕ ਬਾਬਰ ਕੇ ਤੇ ਇੱਕ ਬਾਬੇ ਕੇ। ਬਾਬੇ ਔਰ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ, ਇਹ ਮੁਗਲ ਕਹਿੰਦੇ ਰਹੇ। ਇਹ ਫਰਕਸ਼ਰ ਬਾਦਸ਼ਾਹ ਕਹਿੰਦਾ ਰਿਹਾ। ਉਹਨੇ ਸਿੱਖਾਂ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਉਹ 'ਚ ਕਹਿੰਦਾ ਰਿਹਾ ਕਿ ਦੀਨ ਦੀ ਪਾਤਸ਼ਾਹੀ ਬਾਬੇ ਕਿਆਂ ਦੀ ਤੇ ਦੁਨੀਆ ਦੀ ਪਾਤਸ਼ਾਹੀ ਬਾਬਰ ਕਿਆਂ ਦੀ। ਠੀਕ। ਤੇ ਇਸ ਕਰਕੇ ਅਸੀਂ ਦੋਨੋਂ ਗੁਰ ਭਾਈ ਹਾਂ। ਇਹ ਜਦੋਂ ਉਹਨਾਂ ਨੇ ਚਿੱਠੀ ਲਿਖਣੀ ਹੁੰਦੀ ਇਸ ਤਰ੍ਹਾਂ ਲਿਖਦੇ ਹੁੰਦੇ ਸੀ। ਸਾਡੀ ਦੀਨ ਦੀ ਪਾਤਸ਼ਾਹੀ ਅੱਜ ਜਿਹੜੀ ਆ ਉਹ ਬਾਬਰ ਦੇ ਪੈਰਾਂ ਥੱਲੇ ਰੁਲਦੀ ਪਈ ਆ। ਸਭ ਤੋਂ ਵੱਡਾ ਨੁਕਸਾਨ ਸਾਡਾ ਇਹ ਆ। ਸਾਡੀ, ਅਸੀਂ ਬੜੇ ਆਰਾਮ ਨਾਲ ਸਟੇਜ ਤੋਂ ਕਹਿ ਦਿੰਦੇ ਹਾਂ ਕਿ ਇੱਕ ਧਰਮ ਦੀ ਨਿਸ਼ਾਨ ਹੈ, ਇੱਕ ਰਾਜਨੀਤੀ ਦਾ ਨਿਸ਼ਾਨ ਹੈ, ਨਿਸ਼ਾਨ ਕਾ ਮੀਰੀ ਤੇ ਪੀਰੀ ਦਾ ਜੀ। ਮੀਰ ਅਕਾਲ ਪੁਰਖ, ਪੀਰ ਪੈਗਾਮ ਦੇਣ ਵਾਲਾ ਪੈਗੰਬਰ ਸਾਡੇ ਗੁਰੂ। ਤੇ ਇਹ 'ਚ ਰਾਜਨੀਤੀ ਕਿਹਨੂੰ ਕਹੋਗੇ, ਧਰਮ ਕਿਹਨੂੰ ਕਹੋਗੇ? ਨਿਰੋਲ ਰਾਜਨੀਤੀ, ਅਕਾਲ ਪੁਰਖ ਦੇ ਮਨ ਨੂੰ ਭਾਉਂਦੀ ਜਿਹੜੀ ਰਾਜਨੀਤੀ ਆ ਸਮਾਜ ਦੇ ਵਿੱਚ, ਜਿਹਨੂੰ ਜੀਵਿਆ ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ, ਸਾਹਿਬਜ਼ਾਦਿਆਂ ਨੇ,
ਉਹ ਰਾਜਨੀਤੀ ਤੇ ਔਰੰਗਜ਼ੇਬ ਦੀ ਰਾਜਨੀਤੀ 'ਚ ਜ਼ਮੀਨ ਅਸਮਾਨ ਦਾ ਫਰਕ ਆ। ਜਿਹੜੀ ਗੁਰੂ ਦੀ ਰਾਜਨੀਤੀ ਆ, ਪੀਰ ਦੀ ਰਾਜਨੀਤੀ ਆ, ਉਹਦੇ ਵਿੱਚ ਕਿਤੇ ਮਕਸਦ ਲਈ ਸਰੀਰ ਦਾਨ ਦੇਣਾ ਪਵੇ ਤੇ ਉਹ ਸਰੀਰ ਦਾਨ ਦੇ ਕੇ ਉੱਤਮ ਕੁਰਬਾਨੀ ਇਹੀ ਮੰਨੀ ਗਈ ਗੁਰਮਤਿ ਦੇ ਵਿੱਚ ਕਿ ਆਪਣਾ ਸਰੀਰ ਦਾ ਦਾਨ ਦੇ ਦੇਣਾ ਜੀ। ਜਿਹੜੀ ਬਾਬਰ ਦੀ ਰਾਜਨੀਤੀ ਉਹਦੇ ਵਿੱਚ ਇਹ ਆ ਕਿ ਕਾਜ ਨੂੰ ਪ੍ਰਾਪਤ ਕਰਨ ਲਈ ਭਰਾ ਦਾ ਕਤਲ ਕਰਕੇ ਤਖਤ ਤੇ ਬੈਠ ਜਾਣਾ। ਇਹ ਰਾਜਨੀਤੀ ਦਾ ਫਰਕ ਬਹੁਤ ਹੈ। ਅੰਤਰ ਹੈ। ਤੇ ਸਾਡੀ ਜਿਹੜੀ ਸਰੀਰ ਦਾਨ ਦੇਣ ਵਾਲੀ ਰਾਜਨੀਤੀ ਆ ਉਹਨੂੰ ਅੱਜ ਚਲਾ ਰਿਹਾ ਕਤਲ ਕਰਕੇ ਭਰਾਵਾਂ ਦਾ ਤੇ ਤਖਤ ਤੇ ਬੈਠਣ ਵਾਲਾ। ਇਹ ਸਾਡੀ ਜਿਹੜੀ ਬਦਕਿਸਮਤੀ ਆ ਉਹਦਾ ਮੂਲ ਕਾਰਨ ਇਹ ਆ। ਗੁਰੂ ਗੋਬਿੰਦ ਸਿੰਘ ਜੀ ਪੰਜਾਂ ਪਿਆਰਿਆਂ ਨੂੰ ਪਾਤਸ਼ਾਹੀ ਦਿੰਦੇ ਨੇ। ਗੁਰੂ ਖਾਲਸਾ ਕਹਿ ਕੇ ਆਪ ਖੰਡੇ ਦੀ ਪਹੁਲ ਮੰਗਦੇ ਨੇ। ਉਹ ਪੰਜ ਪਿਆਰੇ ਅੱਜ ਬਾਬਰ ਦੀ ਰਾਜਨੀਤੀ ਕਰਨ ਵਾਲਿਆਂ ਦੇ ਨੌਕਰ ਬਣੇ ਹੋਏ। ਉਸ ਬੰਦੇ ਦੇ ਜਿਹੜਾ ਕਰਤਾਰ ਤੋਂ ਬੇਮੁਖ ਆ, ਜਿਹੜਾ ਅਖਲਾਕ ਤੋਂ ਡਿੱਗਾ ਹੋਇਆ, ਜਿਹੜਾ ਨਗੋਰਾ, ਜਿਹਨੇ 50 ਸਾਲ 'ਚ ਆਪਣੇ ਸਵਾਰਥ ਤੋਂ ਬਿਨਾ ਕੌਮ ਨੂੰ ਬਰਬਾਦ ਕਰਨ ਤੋਂ ਬਿਨਾ ਸਾਨੂੰ ਕੁਝ ਦਿੱਤਾ ਹੀ ਨਹੀਂ, ਇਹ ਸਾਡੀ ਬਦਨਸੀਬੀ ਆ। ਸਿੰਘ ਸਾਹਿਬ, ਜਦੋਂ ਅਸੀਂ ਜਿਹੜਾ ਤੁਸੀਂ ਬਿਨਾਂ ਨਾਮ ਲੈ ਤੋਂ ਤੁਸੀਂ ਬਹੁਤ ਕੁਝ ਕਹਿ ਦਿੱਤਾ ਜੋ ਸਾਡੇ ਜਿਹੜੇ ਪੰਜਾਬ ਦੇ ਮਸਲਿਆਂ ਬਾਰੇ, ਸਿੱਖਾਂ ਬਾਰੇ ਜਾਣਦੇ ਹੁਣ ਕਿ ਸਮਝ ਗਏ ਹੁਣ ਕਿ ਕਿਹਦੀ ਅਸੀਂ ਗੱਲ ਕਰ ਰਹੇ ਹਾਂ ਜੀ। ਜੇ ਅਸੀਂ ਇਹ ਕਹਿ ਲਈਏ ਕਿ ਇਹਨਾਂ ਨੇ ਨੁਕਸਾਨ ਕੀਤਾ ਹੈ, ਬਾਦਲ ਪਰਿਵਾਰ ਨੇ, ਅਕਾਲੀ ਦਲ ਦਾ, ਸਿੱਖਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੱਖ ਸੰਸਥਾਵਾਂ ਦਾ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਲਾਈ ਹੈ, ਤੇ ਅਸੀਂ ਇਹਨਾਂ ਦੇ ਬਦਲ ਦੇ ਰੂਪ ਦੇ ਵਿੱਚ ਕੀ ਦੇ ਰਹੇ ਆ ਸਿੱਖ ਸੰਗਤ ਨੂੰ? ਦੇਖੋ, ਸਾਡੇ ਕੋਲ ਜੇ ਅਸੀਂ ਕੱਲ ਨੂੰ ਸਾਡੇ ਕੋਲ ਚੁਆਇਸ ਆਉਂਦੀ ਹੈ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਂ ਬਾਕੀ ਤਖਤ ਸਾਹਿਬਾਨ ਦੇ ਨਵੇਂ ਜਥੇਦਾਰ ਬਣਾਉਣੇ ਨੇ, ਨਵੇਂ ਸਿਰੇ ਤੋਂ ਗੱਲ ਬਣਾਉਣੀ ਹੈ, ਤੇ ਜਾਂ ਸ਼੍ਰੋਮਣੀ ਕਮੇਟੀ ਨੂੰ ਸਿਰਜਣਾ ਹੈ, ਪ੍ਰਬੰਧ ਨੂੰ ਸੁਚੱਜਿਆ ਕਰਨਾ ਹੈ, ਉਹ ਫਿਰ ਕਿਹੜੇ ਹੱਥਾਂ ਵਿੱਚ ਕੌਣ ਅੱਗੇ ਆ ਰਿਹਾ? ਕੌਮ ਦੇ ਹੱਥਾਂ 'ਚ ਆ। ਜਿਹਨੂੰ ਵੋਟ ਪਾਉਣ ਦਾ ਅਧਿਕਾਰ ਆ ਉਹ ਸਿੱਖ ਦੇ ਹੱਥ 'ਚ ਆ। ਉਹ ਸਿੱਖ ਕਿੰਨਾ ਕੁ ਜਾਗਰੂਕ ਆ, ਉਹ ਕਿੰਨਾ ਕੁ ਕਮਿਟਮੈਂਟ ਹੈ ਉਹਦੀ ਗੁਰੂ ਨਾਲ, ਇਹ ਉਹਦੇ ਤੇ ਡਿਪੈਂਡ ਕਰਦਾ। ਲੇਕਿਨ ਇਹ ਜਾਣਕਾਰੀ ਅਸੀਂ ਖੂਬ ਦੇਤੀ ਆ ਸਿੱਖਾਂ ਨੂੰ ਕਿ ਸਾਡੀ ਨਾਲ ਇਹ ਹੋ ਰਿਹਾ ਜੇ, ਤੁਸੀਂ ਆਪਣੀ ਕੌਮ ਨੂੰ, ਆਪਣੇ ਧਰਮ ਨੂੰ, ਦਸਮ ਪਾਤਸ਼ਾਹ ਦੇ ਮਿਸ਼ਨ ਨੂੰ ਬਚਾਉਣਾ ਤੇ ਆਪਣੇ ਆਪ ਨੂੰ ਸੁਧਾਰੋ। ਸਾਬਤ ਸੂਰਤ ਹੋ ਕੇ ਵੋਟ ਬਣਾਓ ਤੇ ਪਾਓ ਪੋਲ ਕਰੋ। ਕਿਉਂਕਿ ਸਾਡੀ ਪ੍ਰਬੰਧਕ ਕਮੇਟੀ ਆ ਜਿਹਦੇ ਵਿੱਚ ਲਿਆ ਕੇ ਸਾਡੀ ਕੌਮ ਨੂੰ, ਐਕਟ ਦੇ ਵਿੱਚ ਲਿਆ ਕੇ ਸਾਡੀ ਕੌਮ ਨੂੰ ਉਹਨਾਂ ਸੰਗਲ ਪਾ ਲਿਆ। ਸੈਂਟਰ ਗੌਰਨਮੈਂਟ ਨੇ ਤੇ ਪੰਜਾਬ ਗੌਰਨਮੈਂਟ ਨੇ, ਸਾਡੇ ਲੀਡਰਾਂ ਨੇ ਪਵਾਇਆ ਉਪ ਨਿਯਮ ਬਣਾਉਣ ਕਰਕੇ। ਐਕਟ ਦੇ ਵਿੱਚ ਕੋਈ ਵੀ ਪ੍ਰੋਸੀਜਰ ਨਹੀਂ ਜਿਹ 'ਚ ਤੁਸੀਂ ਬਾਬਾ ਬੁੱਢਾ ਦੀ ਸੀਟ ਨੂੰ ਨੌਕਰ ਕਰ ਲਓ। ਐਕਟ ਦੇ ਵਿੱਚ ਕੋਈ ਵੀ ਇਹੋ ਜਿਹਾ ਮਤ ਨਹੀਂ ਹੈਗੀ ਜਿਹਦੇ ਵਿੱਚ ਤੁਸੀਂ ਦਸਮ ਪਾਤਸ਼ਾਹ ਦੇ ਸਰੀਰ ਨੂੰ, ਪੰਜਾਂ ਪਿਆਰਿਆਂ ਨੂੰ ਆਪਣੇ ਨੌਕਰ ਕਰ ਲਓ। ਇਹ ਸਾਡੇ ਲੀਡਰਾਂ ਦੀਆਂ ਮਿਹਰਬਾਨੀਆਂ। ਇਹ ਸਾਡੀ ਕੌਮ ਕੋ ਸੁਚੇਤ ਹੋਊਗੀ, ਕੋਈ ਗੁਰੂ ਨਾਲ ਕਮਿਟਮੈਂਟ ਹੋਊਗੀ ਤੇ ਜਾਂ ਕੈਂਪੇਨ ਲੈਣਗੇ ਕਿ ਸਾਡਾ ਐਡਾ ਵੱਡਾ ਸਰਮਾਇਆ, ਇੰਨੀਆਂ ਵੱਡੀਆਂ ਜਾਇਦਾਦਾਂ, ਐਡੇ ਵੱਡੇ ਸਿਧਾਂਤ ਇੱਕ ਮਾਮੂਲੀ ਜਿਹਾ ਬੰਦਾ ਖਤਮ ਕਰੀ ਜਾ ਰਿਹਾ ਤੇ ਅਸੀਂ ਉਹਨੂੰ ਪੂਜੀ ਜਾ ਰਹੇ ਹਾਂ ਬਾਰ-ਬਾਰ ਪੰਥ ਕਰਕੇ, ਨੀਲੀ ਪੱਗ ਬੰਨ੍ਹਣ ਕਰਕੇ। ਇੱਕ ਅਰਦਾਸੀਆ ਸਿੰਘ ਜਦੋਂ ਬਾਦਲ ਨੂੰ ਸਰੋਪਾ ਨਹੀਂ ਦਿੰਦਾ, ਉਹਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ, ਪਰ ਇੰਨੀ ਚੰਗੀ ਸੋਚ ਰੱਖਣ ਵਾਲੇ ਵੀ, ਉਹਨਾਂ ਦੇ ਸਾਥੀ, ਸਹਿਯੋਗੀ, ਜਥੇਦਾਰ ਸਾਹਿਬਾਨ, ਹੈਡ ਗ੍ਰੰਥੀ ਸਾਹਿਬਾਨ, ਕੋਈ ਵੀ ਹਾਂ ਦਾ ਨਾਰਾ ਨਹੀਂ ਮਾਰਦਾ। ਇੰਨਾ ਡਰ ਕਿਉਂ? ਇਹ ਭੌ ਕਿਉਂ ਆ ਗਿਆ? ਦੇਖੋ, ਰੋਟੀਆਂ ਕਾਰਨ ਪੂਰੇ ਤਾਲ, ਰੋਟੀਆਂ ਦੇ ਕਾਰਨ ਤਾਲ ਪੂਰਦੇ ਪਏ ਨੇ ਸਾਡੇ ਗ੍ਰੰਥੀ, ਜਿਹੜੇ ਚਾਪਲੂਸੀ ਕਰਕੇ ਸਾਡੀ ਬਾਬਾ ਬੁੱਢਾ ਜੀ ਦੀ ਪਦਵੀ ਨੂੰ ਕਲੰਕ ਲੱਗੇ ਹੋਏ ਨੇ। ਅਸੀਂ ਤੇ ਇਹੀ ਕਹਾਂਗੇ। ਅੱਜ ਦੇਖੋ ਤੁਸੀਂ ਪਟਨਾ ਸਾਹਿਬ ਦੇ ਗ੍ਰੰਥੀਆਂ ਦਾ ਕੀ ਹਾਲ ਆ, ਸਾਡੇ ਇਥੋਂ ਦੇ ਗ੍ਰੰਥੀਆਂ ਦਾ ਕੀ ਹਾਲ ਆ। ਅਸੀਂ ਹੈਰਾਨ ਆ ਕਿ ਕਿਹੜੀ ਮਿੱਟੀ ਦੇ ਬਣੇ ਸੀ ਸਿੱਖ, ਜਿਹੜੇ ਪੁਰਾਤਨ ਸਿੱਖ ਸੀ, ਜਿਨ੍ਹਾਂ ਦੇ ਵਿੱਚ ਅਖਲਾਕ ਸੀ, ਜਿਨ੍ਹਾਂ ਦੇ ਵਿੱਚ ਅਣਖ ਸੀ, ਜਿਹੜੇ ਸਮਝਦੇ ਸੀ ਵੀ ਮੇਰੀ ਕੋਈ ਜ਼ਿੰਮੇਵਾਰੀ ਆ, ਮੇਰੀ ਕੋਈ ਜਵਾਬਦੇਹੀ ਆ। ਅੱਜ ਸੰਸਥਾ ਨਹੀਂ ਸਮਝਦੀ ਮੇਰੀ ਕੋਈ ਜਵਾਬਦੇਹੀ ਹੈ, ਪ੍ਰਬੰਧਕ ਕਮੇਟੀ ਨਹੀਂ ਸਮਝ ਰਹੀ ਕਿ ਮੇਰੀ ਕੋਈ ਜਵਾਬਦੇਹੀ ਹੈ, ਪ੍ਰਬੰਧਕ ਕਮੇਟੀ ਦੇ ਸੰਚਾਲਕ ਨਹੀਂ ਸਮਝ ਰਹੇ, ਪ੍ਰਧਾਨ ਜਾਂ ਸਕੱਤਰ ਜਾਂ ਉਹਨਾਂ ਥੱਲੇ ਟੈਕਨੀਕਲ ਸਕੱਤਰ 36 ਦੇ ਕਰੀਬ ਜਿਹੜੇ ਲੱਖ ਰੁਪਈਆ ਤਨਖਾਹ ਲੈਂਦੇ ਆ, ਉਹ ਨਹੀਂ ਜਵਾਬ ਦੇ ਰਹੇ। ਅਸੀਂ 2 ਸਾਲ ਤੋਂ ਪੁੱਛ ਰਹੇ ਹਾਂ ਕਿ ਪੁਰਾਤਨ ਗ੍ਰੰਥ ਕਿੱਥੇ ਗਏ ਜੀ, ਸਾਨੂੰ ਜਵਾਬ ਦਿਓ, ਨਹੀਂ ਦੇ ਰਹੇ। ਮੈਂ 4 ਘੰਟਾ ਘਰ ਦੇ ਅੱਗੇ ਬੈਠ ਕੇ ਆਇਆ ਧਰਨਾ ਦੇ ਕੇ ਜੀ। ਮੇਰੇ ਨਾਲ 5-7 ਹਜ਼ਾਰ ਸਿੱਖ ਜੀ ਨਹੀਂ ਆਏ।
ਮੈਂ ਰਿਕੁਐਸਟ ਕਰਦਾ ਰਿਹਾ ਕਿ ਅਸੀਂ ਤੁਹਾਡੀ ਇੱਜ਼ਤ ਕਰਾਂਗੇ, ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਇਹ ਸਾਡਾ ਪੁਰਾਤਨ ਖਜ਼ਾਨਾ ਜਿਹੜਾ ਸੀ, ਹੱਥ ਲਿਖਤ ਗ੍ਰੰਥ ਸੀਗੇ, ਲੜੀਵਾਰ ਸਰੂਪ ਸੀਗੇ, ਸੁਨਹਿਰੀ ਬੀੜ ਸੀ, ਹੁਕਮਨਾਮੇ 28 ਗੁਰੂ ਸਾਹਿਬਾਂ ਦੇ, 2 ਖਰੜੇ ਜਿਹੜੀਆਂ ਜਨਮ ਸਾਖੀਆਂ ਦੇ, 2 ਦਸਮ ਗ੍ਰੰਥ ਅਸਲ, ਇਹ ਕਿੱਥੇ ਨੇ? ਇਹ ਕਿਹਨੂੰ ਦਿੱਤੇ ਨੇ? ਕਿਉਂ ਦਿੱਤੇ ਨੇ? ਤੇ ਕਦੋਂ ਆਉਣਗੇ? ਅੱਜ ਤੱਕ ਨਹੀਂ ਜਵਾਬ ਦੇ ਰਹੇ। ਸਾਨੂੰ ਕੀ ਜਵਾਬ ਦੇਣਾ? ਇੱਕ ਸੰਸਥਾ ਹੋ ਕੇ ਹਾਈ ਕੋਰਟ ਨੂੰ ਜਵਾਬ ਨਹੀਂ ਦੇ ਰਹੇ। ਹਾਈ ਕੋਰਟ 2008 ਤੋਂ ਪੁੱਛ ਰਿਹਾ ਇਹਨਾਂ ਨੂੰ ਕਿ ਇਹ ਸਾਰਾ ਸਮਾਨ ਜਿਹੜਾ ਦਿੱਲੀ ਤੋਂ ਵਾਪਸ ਆਇਆ, ਜਿਹਦਾ ਇਹ ਪ੍ਰੂਫ ਆ, ਉਹ ਕਿੱਥੇ ਆ? ਤੋ ਉਹ 2019 ਚ ਇੱਕ ਦੇ ਜਵਾਬ ਦਿੱਤਾ ਪ੍ਰਧਾਨ ਨੇ ਕਿ ਅਸੀਂ ਜੀ ਇਹ ਲੱਭ ਰਹੇ ਹਾਂ, ਸੋ ਅਸੀਂ ਕਮੇਟੀ ਬਣਾਈ ਹੋਈ ਹੈ। ਠੀਕ। ਇੱਕ ਸੰਸਥਾ ਦੀ ਇੰਨੀ ਕੁ ਜ਼ਿੰਮੇਵਾਰੀ ਹੈ? ਇੰਨੇ 77 ਲੱਖ ਰੁਪਈਆ ਲੈਣ ਵਾਲੇ ਪ੍ਰਧਾਨ ਸਕੱਤਰ ਕਮੇਟੀ ਦੇ ਪੋਲੀਟੀਕਲ, ਬਾਬਾ ਬੋੜ ਜਿਹੜਾ ਕਹਿੰਦਾ ਮੈਨੂੰ ਹੀ ਵੋਟ ਪਾਇਓ, ਹੋਰ ਕਿਸੇ ਨੂੰ ਪਾਇਓ ਹੀ ਨਾ, ਉਹਦਾ ਪੁੱਤਰ ਆ, ਉਹਦੀ ਨੂੰਹ, ਜਿਹੜੇ ਵਰਤਦੇ ਪਏ ਨੇ ਸੰਸਥਾ ਨੂੰ, ਕਿੱਥੇ ਨੇ? ਜਵਾਬ ਦੇਣ। ਸਾਡਾ ਸਰਮਾਇਆ ਤੇ ਇਹ ਆ, ਗੁਲ ਖਾ ਲੈਣ, ਹੋਰ ਖਾ ਲੈਣ। ਲੇਕਿਨ ਜੇ ਪੁਰਾਤਨ ਗ੍ਰੰਥ ਨਾ ਮਿਲੇ, ਮੈਂ ਤੁਹਾਨੂੰ ਭਾਈ ਸਾਹਿਬ ਇਹ ਗੱਲ ਯਕੀਨ ਨਾ ਕਹਿਣਾ ਹੈ, ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੜੀ ਵਾਰੀ ਕਿਹਾ ਹੈ ਕਿ ਇਹ ਗ੍ਰੰਥ ਸਾਨੂੰ ਨਾ ਮਿਲੇ ਜੀ ਤੇ ਸਾਡੀ ਕੌਮ ਨੂੰ ਬਚਾਉਣ ਵਾਲਾ ਕੋਈ ਨਹੀਂ ਰਹੂਗਾ। ਨਾ ਅਸੀਂ ਇਤਿਹਾਸ ਵਿੱਚ ਮਿਲਾਵਟ ਨੂੰ ਰੋਕ ਪਾਏ ਤੇ ਨਾ ਰੋਕ ਪਾਵਾਂਗੇ। ਜੋ ਕੁਝ ਹੁਣ ਹੋ ਰਿਹਾ, ਜਿਸ ਤਰ੍ਹਾਂ ਸਾਡੀ ਹਿਸਟਰੀ ਲਿਖੀ ਜਾ ਰਹੀ ਨਵੇਂ ਸਿਰਿਓਂ ਜੀ, ਨਾ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਹੋਣ ਵਾਲੀ ਮਿਲਾਵਟ ਨੂੰ ਰੋਕ ਪਾਵਾਂਗੇ ਜੇ ਇਹ ਗ੍ਰੰਥ ਸਾਨੂੰ ਨਾ ਮਿਲੇ। ਮੈਂ ਇਹਦੇ ਲਈ ਸਭ ਤੋਂ ਵੱਡਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਮਝਦਾ, ਉਹਦੇ ਪੁੱਤਰ ਨੂੰ ਸਮਝਦਾ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਾਡੇ ਨਾਲ ਖਿਲਵਾੜ ਹੋਇਆ। ਔਰ ਮੈਂ ਅੱਜ ਕੋਈ ਗਰੇਜ ਨਹੀਂ, ਮੈਂ ਦਸਮ ਪਾਤਸ਼ਾਹ ਦੇ ਟਾਈਮ ਤੋਂ ਇਹ ਸਾਨੂੰ ਹੁਕਮ ਹੈ ਕਿ ਧੀਰ ਮੱਲੀਆਂ ਤੇ ਰਾਮ ਰਈਆਂ ਦੀ ਸੰਗਤ ਨਹੀਂ ਕਰਨੀ ਜੀ। ਪਰ ਮੈਂ ਅੱਜ ਕਹਿੰਦਾ ਧੀਰ ਮੱਲੀਏ ਇਸ ਬੰਦੇ ਤੋਂ ਲੱਖ ਦਰਜੇ ਚੰਗੇ ਨੇ ਜਿਨ੍ਹਾਂ ਨੇ ਆਦ ਗ੍ਰੰਥ ਨੂੰ ਹਿੱਕ ਨਾਲ ਲਾ ਕੇ ਰੱਖਿਆ। ਇਤਿਹਾਸ ਭਾਵੇਂ ਸਾਨੂੰ ਦਰਸ਼ਨ ਨਹੀਂ ਹੁੰਦੇ ਉਹਦੇ ਜੀ, ਪਰ ਉਹਨਾਂ ਨੇ ਸਾਂਭ ਕੇ ਰੱਖਿਆ। ਕਿਤੇ ਭੀੜ ਪੈਣ ਤੇ, ਕਿਤੇ ਕੋਈ ਪ੍ਰੋਬਲਮ ਆਉਣ ਤੇ ਹੋ ਸਕਦਾ ਸਾਨੂੰ ਉਹਦੇ ਦਰਸ਼ਨ ਹੋ ਜਾਣ, ਪਰ ਇਹ ਜਿਹੜੇ ਅੱਜ ਲੱਭਦੇ ਹੀ ਨਹੀਂ ਗ੍ਰੰਥ, ਉਹਨਾਂ ਦੇ ਦਰਸ਼ਨ ਹੀ ਕਿੱਥੋਂ ਕਰਾਂਗੇ? ਤੇ ਜਿਹੜਾ ਛਾਪੇ ਦੀਆਂ ਬੀੜਾਂ ਨੂੰ, ਉਹਦੀਆਂ ਗਲਤੀਆਂ ਨੂੰ ਕਿਵੇਂ ਸੋਧਾਂਗੇ ਅਸੀਂ? ਸਿੰਘ ਸਾਹਿਬ, ਜਦੋਂ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੇ, ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਹੋ, ਤੁਸੀਂ ਬਿਲਕੁਲ ਨਜ਼ਦੀਕ ਤੋਂ ਪ੍ਰਬੰਧ ਸਾਰਾ ਵੇਖਿਆ ਜੀ, ਕਿਵੇਂ ਚੱਲਦਾ ਹੈ, ਕਿਵੇਂ ਸਾਰਾ ਸਿਸਟਮ ਹੁੰਦਾ ਹੈ, ਲੰਗਰ ਦੀ ਗੱਲ ਹੈ, ਹੋਰ ਸਾਰੀਆਂ ਗੱਲਾਂ, ਗੁਰਬਾਣੀ ਪ੍ਰਸਾਰਨ ਵੀ, ਸਾਰੇ ਮਸਲੇ ਨਾਲੋਂ ਨਾਲ ਚੱਲਦੇ ਰਹੇ ਨੇ ਜੀ। ਇਸ ਵੇਲੇ 2-3 ਮੁੱਦੇ ਜਿਹੜੇ ਸਹਿਜੇ ਹੀ ਦਰੁਸਤ ਕੀਤੇ ਜਾ ਸਕਦੇ ਨੇ, ਜਿਨ੍ਹਾਂ ਦੇ ਬਾਰੇ ਕੋਈ ਬਹੁਤਾ ਕੋਈ ਇਦਾਂ ਦਾ ਕੰਮ ਕਰਨ ਦੀ ਲੋੜ ਨਹੀਂ, ਉਹ ਕੋਈ 2-4 ਮੁੱਦੇ ਸਾਡੀ ਸੰਗਤਾਂ ਨੂੰ ਤੁਸੀਂ ਦੱਸੋ ਵੀ ਜਿਹੜੇ ਸੌਖੇ ਛੇਤੀ ਹੋ ਸਕਦੇ ਨੇ। ਸੌਖਾ ਮੁੱਦਾ ਤੇ ਇਹੀ ਆ ਕਿ ਸਿੱਖ ਸੰਗਤ ਉੱਠੇ ਤੇ ਇਹ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲਈ ਤਿਆਰੀ ਕਰੇ ਤੇ ਗਲ 'ਚ ਗੂਠਾ ਦੇ ਕੇ ਸਰਕਾਰਾਂ ਦੇ ਕਹੇ ਕਿ ਸਾਡਾ ਰਾਈਟ ਆ, ਸਾਡੀ ਇਲੈਕਸ਼ਨ ਕਰੋ। ਇਲੈਕਸ਼ਨ ਤੋਂ ਬਾਅਦ ਇਹ ਖਾਨਦਾਨ, ਇਹ ਪਰਿਵਾਰ ਕਮੇਟੀ 'ਚੋਂ ਬਾਹਰ ਆਉਂਦਾ, ਉਦੋਂ ਬਾਅਦ ਸਾਰਾ ਕੁਝ ਲਾਈਨ ਤੇ ਆ ਜਾਊਗਾ। ਤੁਸੀਂ ਉਹ ਸਮਾਂ ਵੀ ਦੇਖਿਆ, ਪੰਜਾਬ ਦਾ ਸਾਰਾ ਬਿਲਕੁਲ ਹੰਡਾਇਆ ਵੀ ਹੈ ਤੁਸੀਂ ਜੀ। ਉਸ ਸਮੇਂ ਦੇ ਵਿੱਚ ਜਿਹੜੇ ਵਿਅਕਤੀ ਸੰਘਰਸ਼ ਦੇ ਵਿੱਚ ਸ਼ਾਮਲ ਸਨ ਜਾਂ ਆਵਾਜ਼ ਉਠਾਉਂਦੇ ਰਹੇ ਕਿਸੇ ਵੀ ਤਰੀਕੇ, ਚੰਗਾ ਕੋਈ ਮਾੜਾ, ਕਿਸੇ ਤੇ ਬਾਅਦ 'ਚ ਕੋਈ ਇਲਜ਼ਾਮ ਲੱਗਿਆ, ਉਹਨਾਂ ਸਾਰਿਆਂ ਦੇ ਵਿੱਚੋਂ ਜੇ ਕਿਸੇ ਨੇ ਉਸ ਸਾਰੇ ਸੰਘਰਸ਼ ਦੀ ਖੱਟੀ ਖਾਧੀ ਤੇ ਇਸ ਫੈਮਿਲੀ ਨੇ ਖਾਧੀ ਹੈ। ਇਸ ਫੈਮਿਲੀ ਨੇ ਖਾਧੀ, ਬਿਲਕੁਲ ਠੀਕ ਹੈ। ਇਹ ਕੀ ਹੋਰ ਬੰਦੇ ਨਹੀਂ ਸਨ ਜਾਂ ਇਹ ਵਿਅਕਤੀ ਹੋਰ ਇਹ ਇੰਨੇ ਸਟਰੋਂਗ ਸਨ ਜਾਂ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਪਾਲਿਸੀ ਅਡੈਪਟ ਕਰ ਲਈ ਜਿਸ ਕਰਕੇ ਬਾਕੀ ਸਾਰੇ ਲੰਬੇ ਹੋ ਗਏ? ਨਹੀਂ, ਇੱਕ ਤਾਂ ਜਿਹੜੇ ਇਹਨਾਂ ਦੇ ਨਾਲ ਸਨ, ਇਹ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੀ ਜੰਮੇ ਪਲੇ ਤੇ ਇਸ ਤਰ੍ਹਾਂ ਦੇ ਨਾਲ ਹੀ ਉਹਨਾਂ ਦਾ ਟਾਈਮ ਪਾਸ ਹੋਇਆ। ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ 'ਚੋਂ ਸ਼੍ਰੋਮਣੀ ਸੀ, ਉਹਨਾਂ 'ਚੋਂ ਵੱਡਾ ਸੀ, ਪੈਸੇ ਵਾਲਾ ਸੀ, ਸੈਂਟਰ ਦੇ ਵਿੱਚ ਇਹਦੀ ਗੱਲ ਸੀ। ਇੱਥੇ ਸਿੱਖ ਕੌਮ ਮਾਰ ਖਾ ਜਾਂਦੀ ਸਿਸਟਮ ਤੋਂ। ਇੱਕ ਸਿਸਟਮ ਆ ਪ੍ਰਬੰਧਕ ਕਮੇਟੀ ਦਾ ਕਿ ਵੋਟਾਂ ਪਾਓ ਤੇ ਕਮੇਟੀ ਲੈ ਲਓ ਤੇ ਉਸ ਬਾਅਦ ਰਾਜ ਕਰੋ। ਇਸ ਸਿਸਟਮ ਨੂੰ ਇਹ 'ਚ ਇੰਨਾ ਨਿਗਾਰ ਆ ਗਿਆ ਕਿ 18 ਸਾਲ ਇਲੈਕਸ਼ਨ ਨਾ ਹੋਣ, 12 ਸਾਲ ਹੁਣ ਹੋ ਗਏ। ਜਿਹੜੀ ਸੰਸਥਾ ਅੱਜ ਜਿਹੜਾ ਹਾਊਸ ਕੰਮ ਕਰ ਰਿਹਾ, ਇਹਨੂੰ ਹਾਈ ਕੋਰਟ ਨੇ ਰੱਦ ਕੀਤਾ ਹੋਇਆ 12 ਸਾਲ ਪਹਿਲਾਂ, 11 ਸਾਲ ਪਹਿਲਾਂ। ਹਾਈ ਕੋਰਟ, ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕੀਤਾ ਹੈ ਤੇ ਰੱਦ ਕੀਤੇ ਹੋਏ ਫੈਸਲੇ ਨੂੰ ਸੁਪਰੀਮ ਕੋਰਟ ਲੈ ਕੇ ਗਿਆ ਬਾਦਲ, ਉਹਨਾਂ ਸਟੇ ਨਹੀਂ ਦਿੱਤੀ। ਇਹ ਸਿਰਫ ਗੌਰਮੈਂਟ ਦੇ ਇਸ਼ਾਰੇ ਤੇ, ਹੋਮ ਮਿਨਿਸਟਰੀ ਦੀ ਚਿੱਠੀ ਤੇ ਇਹਨਾਂ ਨੇ ਹਾਊਸ ਬਣਾ ਲਿਆ। ਹਾਊਸ ਬਣਾ ਕੇ 12 ਸਾਲ ਤੋਂ ਲੁੱਟੀ ਜਾ ਰਿਹਾ, ਕੋਈ ਪੁੱਛਣ ਵਾਲਾ ਨਹੀਂ।
ਔਰ ਸਰਕਾਰ ਇਲੈਕਸ਼ਨ ਨਹੀਂ ਕਰਾ ਰਹੀ। ਸਿੰਘ ਸਾਹਿਬ, ਜਦੋਂ ਅਸੀਂ ਗੁਰਦੁਆਰੇ ਦੇ ਪ੍ਰਬੰਧ ਦੀ ਗੱਲ ਕਰਦੇ ਹਾਂ, ਇਹ ਸੁਣ ਕੇ ਬੰਦੇ ਦੀ ਰੂਹ ਕੰਬਦੀ ਹੈ ਕਿ ਕੋਈ ਸੰਗਤ ਦੇ ਦਿੱਤੇ ਹੋਏ ਦਾਨ ਨੂੰ, ਗੋਲਕ ਦੇ ਪੈਸੇ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਦਾ ਹੋਵੇ। ਸੁਣਦੇ ਰਹੇ ਹਾਂ ਗੱਲਾਂ, ਇਹਨਾਂ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਬੀਬੀ ਸੁਰਿੰਦਰ ਕੌਰ ਬਾਦਲ ਦੇ ਭੋਗ ਤੇ ਸ਼੍ਰੋਮਣੀ ਕਮੇਟੀ ਦੁਆਰਾ ਤਿਆਰ ਕੀਤਾ ਹੋਇਆ ਲੰਗਰ ਜਿਹੜਾ ਸੀ ਸੰਗਤ ਨੂੰ ਵਰਤਾਇਆ ਗਿਆ? ਮੈਂ ਕਿਹਾ ਜੀ, ਉਹ ਲੰਗਰ 10 ਗੁਣਾ ਹੋਰ ਲੈ ਜਾਣ, ਗੁਰੂ ਘਰ 'ਚ ਕੋਈ ਫਰਕ ਨਹੀਂ ਪੈਂਦਾ ਜੀ। 10 ਗੁਣਾ ਚੰਗਾ ਬਣਾ ਲੈਣ, ਖਾ ਲੈਣ, ਸੰਗਤ ਨੇ ਖਾਣਾ, ਕੋਈ ਫਰਕ ਨਹੀਂ ਪੈਂਦਾ। ਅਸੀਂ ਉਹਨੂੰ ਕਦੀ ਨਹੀਂ ਨਿੰਦਿਆ ਕਿ ਘਰ ਲੈ ਗਏ ਪਾਣਾ। ਠੀਕ ਹੈ, ਇਹ ਉਹਨਾਂ ਦੀ ਜ਼ਮੀਰ ਆ ਕਿ ਉਹ ਉਹਨਾਂ ਨੂੰ ਇਜਾਜ਼ਤ ਦਿੰਦੇ ਆ ਕਿ ਤੁਸੀਂ ਇਹ ਲੰਗਰ ਇੱਥੇ ਲਿਆ ਕੇ ਗੁਰੂ ਘਰ ਦਾ ਵਰਤਾਓ। ਜਿਨ੍ਹਾਂ ਦੀ ਜ਼ਮੀਰ ਨਹੀਂ ਇਜਾਜ਼ਤ ਦਿੰਦੇ, ਉਹ ਆਪਣੇ 10-9 ਦੀ ਕਿਰਤ 'ਚ ਭਾਵੇਂ ਸਾਦੀ ਰੋਟੀ ਖਵਾਉਂਦੇ ਆ। ਲੇਕਿਨ ਫਰਕ ਉਦੋਂ ਪੈਂਦਾ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ 8 ਕਰੋੜ ਦੇ ਬਿੱਲ 21 ਕਰੋੜ ਦੇ ਕਰਕੇ ਪਾਓ, ਜਦੋਂ ਤੁਸੀਂ 3 ਕਰੋੜ ਦੇ ਬਿੱਲ ਜਿਹੜੇ 13 ਕਰੋੜ ਦੇ ਪਾਓ ਬਣਾ ਕੇ, ਜਦੋਂ ਤੁਸੀਂ ਇੱਕ ਸ਼ਾਮਿਆਨੇ ਤੇ 12 ਕਰੋੜ ਦਾ ਬਿੱਲ ਪਾ ਕੇ ਪੀਟੀਸੀ ਨੂੰ ਦੇ ਦਿਓ ਚੈੱਕ। ਇੱਥੇ ਨੁਕਸਾਨ ਹੁੰਦਾ ਸਾਡਾ। ਅੱਜ ਸਾਡੇ 11 ਸਾਡੇ ਕਾਲਜ ਨੇ ਬੰਦ ਹੋਣ ਤੇ ਨੇ, ਕਈ ਤੇ ਬੰਦ ਪਏ ਨੇ ਜੀ। ਉਹਨਾਂ ਦੇ ਲੈਕਚਰਾਰ, ਉਹਨਾਂ ਦੇ ਪ੍ਰੋਫੈਸਰਾਂ ਦੀਆਂ ਤਨਖਾਹਾਂ ਨਹੀਂ ਰੁਕੀਆਂ। 30 ਲੱਖ ਰੁਪਇਆ ਜਮ੍ਹਾਂ ਹੋਇਆ ਪਿਆ। ਆ ਗੁਰਦੁਆਰਾ ਨਾ ਆਪਾਂ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਪ੍ਰੋਫੈਸਰਾਂ ਦੀਆਂ ਤਨਖਾਹਾਂ 20% 25% ਦਿੰਦੇ ਆ, ਬਾਕੀ ਨਹੀਂ ਦੇ ਰਹੇ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਬੰਦ ਪਈ ਆ। 37 ਸਕੂਲ ਨੇ ਸਾਡੇ, ਉਹ ਘਾਟੇ 'ਚ ਨੇ ਤੇ ਕਈ ਬੰਦ ਪਏ ਨੇ। ਅਸੀਂ ਇਹ ਦੇਖਦੇ ਹਾਂ ਕਿ ਇਸ ਆਲਮ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦਾ ਪਬਲਿਕ ਸਕੂਲ ਜਿਹੜਾ ਉਹਨਾਂ ਦੀ ਮਾਤਾ ਦੇ ਨਾਂ ਦਾ, ਉਹ ਨਹੀਂ ਬੰਦ। ਮਾਤਾ ਦੀ ਯਾਦ ਵਿੱਚ ਬਣਾਇਆ ਸਕੂਲ ਪ੍ਰਕਾਸ਼ ਸਿੰਘ ਬਾਦਲ ਨੇ, ਚੱਲ ਰਿਹਾ। ਯਾਦ ਮਾਤਾ ਦੀ, ਪ੍ਰਾਪਰਟੀ ਬਾਦਲ ਦੀ। ਦਿੱਲੀ ਤੋਂ 8 ਲੱਖ ਆ ਰਿਹਾ ਇਸ ਸਾਲ, ਅਗਲੇ ਸਾਲ 10 ਲੱਖ ਆ ਰਿਹਾ ਡੋਨੇਸ਼ਨ। ਹਰ ਸਾਲ 10-10 ਲੱਖ ਰੁਪਏ ਉੱਥੇ ਪੈ ਰਿਹਾ। ਤੋ ਇਹ ਨਿੱਜੀ ਅਦਾਰੇ ਜਿਹੜੇ ਉਹ ਪ੍ਰਫੁੱਲਤ ਹੋ ਰਹੇ ਨੇ, ਜਿਹੜੇ ਗੁਰੂ ਘਰ ਦੇ ਨੇ ਜਾਂ ਸਰਕਾਰ ਦੇ ਨੇ, ਉਹ ਬੰਦ ਪਏ ਨੇ। ਜਿਹੜਾ ਇੰਨਾ ਮਾੜਾ ਪ੍ਰਬੰਧ ਹੈ ਔਰ ਇੰਨੇ ਅਯੋਗ ਲੋਕ ਬੈਠੇ ਹੋਏ ਨੇ, ਇਸ ਦੇ ਚਲਦਿਆਂ, ਇਸ ਸਿਸਟਮ ਦੇ ਚਲਦਿਆਂ ਅਸੀਂ ਸਿੱਖ ਨੌਜਵਾਨਾਂ ਨੂੰ, ਜਿਹੜੇ ਯੂਥ ਹੈ ਬਿਲਕੁਲ ਇਸ ਵੇਲੇ 20 ਸਾਲ ਦੇ ਆਸ-ਪਾਸ ਦਾ ਹੈ, 5 ਸਾਲ ਉੱਤੇ ਥੱਲੇ ਲਾ ਲਓ, ਉਹ ਜੇ ਕਿਸੇ ਹੋਰ ਪਾਸੇ ਭਟਕ ਜਾਂਦੇ ਨੇ ਜਾਂ ਜਿਨ੍ਹਾਂ ਦਾ ਸਾਨੂੰ ਡਰ ਹੈ, ਡੇਰੇ ਆ ਗਏ, ਫਲਾਂ ਆ ਗਿਆ, ਫਿਰ ਕਸੂਰ ਕਿਸ ਦਾ ਹੋਇਆ? ਇਹ ਲੀਡਰਸ਼ਿਪ ਦਾ, ਜਿਹੜੀ 50 ਸਾਲ ਤੋਂ ਸਾਡੇ ਉੱਤੇ ਕਾਬਜ਼ ਹੈ। ਸਾਡੀ ਲੀਡਰਸ਼ਿਪ, ਸਿੱਖਾਂ ਦੀ ਲੀਡਰਸ਼ਿਪ ਪ੍ਰਬੰਧਕ ਕਮੇਟੀ ਤੋਂ ਸ਼ੁਰੂ ਹੁੰਦੀ ਹੈ। ਪ੍ਰਬੰਧਕ ਕਮੇਟੀ ਦੀ ਸੰਸਥਾ ਜਿਹਦੇ ਕੋਲ ਨਹੀਂ, ਉਹਦੀ ਕੋਈ ਗੱਲ ਨਹੀਂ ਸੁਣੀ ਜਾਣੀ। ਅਸੀਂ ਇਸ ਸਟੇਜ ਤੋਂ ਬੋਲੀ ਜਾਵਾਂਗੇ ਉਸ, ਪਰ ਪ੍ਰਬੰਧਕ ਕਮੇਟੀ ਦੇ ਹਾਊਸ ਤੋਂ ਜਿਹੜੀ ਗੱਲ ਜਾਣੀ ਆ, ਉਹ ਸਾਡੀ ਕੌਮ ਦੀ ਆਵਾਜ਼ ਹੈ, ਉਹ ਜਾਂਦੀ ਨਹੀਂ ਪਈ। ਅਕਾਲ ਤਖਤ ਤੋਂ ਕਦੀ ਇਹਦੀ ਗੱਲ ਨਹੀਂ ਹੁੰਦੀ। ਅੱਜ ਤੁਸੀਂ ਦੇਖੋ, ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਕੋਲ ਸਰਕਾਰ ਨਹੀਂ ਰਹੀ ਜੀ, ਕਮੇਟੀ ਦਾ ਉਹ ਮੈਂਬਰ ਵੀ ਨਹੀਂ, ਨਾ ਉਹਦਾ ਪਿਓ। ਅਕਾਲ ਤਖਤ ਤੇ ਕਮੇਟੀ ਆਪਣੀ ਹੋਂਦ ਗਵਾ ਚੁੱਕੇ ਨੇ। ਤੋ ਅੱਜ ਸਟੇਜ ਤੋਂ ਕਹੇ ਕਿਸੇ ਤੋਂ ਕਿ ਇਹ ਭੁੱਲਰ ਸਾਹਿਬ ਨੂੰ, ਫਲਾਣੇ ਸਾਹਿਬ ਨੂੰ, ਜਿਹੜੇ ਪ੍ਰਬੰਧਕ, ਜਿਹੜੇ ਸਾਡੇ ਨੌਜਵਾਨ ਜਿਹਨਾਂ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਜੀ। ਤੇ ਉਹ ਕਿਹਨੂੰ ਕਹਿ ਰਿਹਾ? ਕਿਹਨੂੰ ਕਹਿ ਰਿਹਾ? ਜਿਹਨਾਂ 15 ਸਾਲ ਭਾਈਵਾਲੀ ਕੀਤੀ, 9 ਮਾਸ ਦਾ 15 ਸਾਲ ਤੁਹਾਡਾ 9 ਮਾਸ ਦਾ ਰਿਸ਼ਤਾ। ਤੁਸੀਂ ਸਰਕਾਰ 'ਚ CM ਰਹੇ, ਡਿਪਟੀ CM ਰਹੇ, ਹੋਮ ਮਿਨਿਸਟਰ ਰਹੇ। ਜਦੋਂ ਤੁਸੀਂ ਹੋਮ ਮਿਨਿਸਟਰ ਹੋ, ਤੁਹਾਡੇ ਪਿਤਾ ਜੀ ਚੀਫ ਮਿਨਿਸਟਰ ਹੋਣ, ਉਦੋਂ ਤੁਸੀਂ 4 ਪੁਲਿਸ ਅਫਸਰ UP ਦੇ ਬਰੀ ਕਰਾਉਂਦੇ, ਜੋ ਉਹਨਾਂ ਨੂੰ ਰਿਲੀਜ਼ ਕਰਾਉਂਦੇ, ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਉਮਰ ਕੈਦ, ਇੱਕ ਗਰੀਬ ਬੱਚੇ ਨੂੰ ਕਤਲ ਕਰਨ ਲਈ। UP 'ਚੋਂ ਆ ਕੇ ਗਰੀਬ ਬੱਚਾ ਫੜਿਆ, ਉਹਨੂੰ ਮਾਰਤਾ। ਉਹਨਾਂ ਨੇ ਹਾਈ ਕੋਰਟ ਪਹੁੰਚ ਕੀਤੀ, ਹਾਈ ਕੋਰਟ ਨੇ CBI ਨੂੰ ਕੇਸ ਦਿੱਤਾ। CBI ਨੇ ਕੱਢ ਕੇ ਰੱਖਤਾ ਕਿ ਇਹ 4 ਮੁਲਾਜ਼ਮ UP ਦੇ, ਇੱਕ ਸੰਗਰੂਰ ਜ਼ਿਲ੍ਹੇ ਦਾ ਸਿਪਾਹੀ, ਇਹ ਇਸ ਬੱਚੇ ਨੂੰ ਚੁੱਕ ਕੇ ਲੈ ਕੇ ਗਏ ਤੇ ਇਹਨਾਂ ਨੇ ਉਹਨਾਂ ਨੂੰ ਕਾਊਂਟਰ ਕਰਤਾ। ਉਹਦੇ ਵਿੱਚ ਉਹਨਾਂ ਨੂੰ ਉਮਰ ਕੈਦ ਹੁੰਦੀ ਆ। ਤੇ ਸੁਖਬੀਰ ਬਾਦਲ ਤੇ ਉਹਦਾ ਪਿਓ ਰਿਕਮੈਂਡ ਕਰਦੇ ਨੇ ਕਿ ਇਹਨਾਂ ਪੁਲਿਸ ਅਫਸਰਾਂ ਨੂੰ ਦੇਸ਼ ਦੇ ਵੱਡੇ ਹਿੱਤਾਂ ਲਈ ਆਜ਼ਾਦ ਕਰ ਦਿੱਤਾ ਜਾਵੇ, ਰਿਹਾ ਕਰ ਦਿੱਤਾ ਜਾਵੇ। ਉਹ ਮਨਜ਼ੂਰ ਹੁੰਦੀ ਆ ਅਰਜੀ, ਉਹ ਚਲੇ ਜਾਂਦੇ ਨੇ। ਤੇ ਫਿਰ ਅੱਜ ਤੋਂ 15 ਸਾਲ ਤੁਹਾਨੂੰ ਕੋਈ ਯਾਦ ਨਹੀਂ ਆਈ ਕਿਸੇ ਸਿੱਖ ਦੀ। ਅੱਜ ਇਹ ਗਿਆਨੀ ਨੂੰ ਵੀ ਯਾਦ ਆ ਗਈ, ਹਰਪ੍ਰੀਤ ਸਿੰਘ ਨੂੰ। ਅੱਜ ਇਹਦਾ ਵੀ ਮੂੰਹ ਖੁੱਲ੍ਹ ਗਿਆ ਕਿ ਉਹਨਾਂ ਨੂੰ ਯਾਦ ਕਰੋ। ਗਿਆਨੀ ਹਰਪ੍ਰੀਤ ਸਿੰਘ ਤੋਂ ਗੱਲ ਇੱਕ ਮੈਂ ਕਰਨੀ ਚਾਹੁੰਦਾ ਜੀ। ਜਦੋਂ ਜਥੇਦਾਰ ਸਾਹਿਬ ਬਣਦੇ ਨੇ, ਚਾਹੇ ਮੁਤਵਾਜ਼ੀ ਸਨ ਜਾਂ ਜਿਸ ਤਰ੍ਹਾਂ ਵੀ ਸਨ, ਇੰਟੈਰਿਮ ਸਨ, ਅੰਤਰਿਮ ਸੀ, ਜੋ ਵੀ ਕਹਿ ਲਓ,
ਉਹਨਾਂ ਨੇ ਕੁਝ 2-4 ਗੱਲਾਂ ਕੀਤੀਆਂ ਇਹੋ ਜਿਹੀਆਂ ਸ਼ੁਰੂ ਦੇ ਵਿੱਚ ਕੀਰਤਪੁਰ ਸਾਹਿਬ ਤੋਂ ਸ਼ਾਇਦ ਉਹਨਾਂ ਨੇ ਇੱਕ ਸੰਬੋਧਨ ਕੀਤਾ ਸੀ ਜਿੱਥੋਂ ਲੱਗਾ ਕਿ ਸ਼ਾਇਦ ਕੌਮ ਦੇ ਕੋਈ ਜਜ਼ਬੇ ਦੀ ਵਲਵਲੇ ਦੀ ਗੱਲ ਹੈ। ਫਿਰ ਉਹ ਉਸੇ ਲਾਈਨ ਦੇ ਵਿੱਚ ਬੋਲਣ ਲੱਗ ਪਏ ਅਕਾਲੀ ਦਲ ਲਈ ਵੋਟਾਂ ਤੇ ਅਕਾਲੀ ਦਲ ਦਾ ਹਾਰ ਜਾਣਾ ਬੜਾ ਘਾਤਕ ਹੈ ਸਿੱਖਾਂ ਲਈ ਪੰਜਾਬ ਲਈ। ਕੀ ਕਹਿਣਾ ਚਾਹੋਗੇ? ਭਾਈ ਸਾਹਿਬ ਜੀ, ਇਹਨਾਂ ਨੇ ਕਿਹੜੀਆਂ ਚੰਗੀਆਂ ਗੱਲਾਂ ਕੀਤੀਆਂ। ਮੈਂ ਤੇ ਤੁਹਾਨੂੰ ਕਹੂੰਗਾ ਕਿ 26 'ਚ ਕਮੇਟੀ ਬਣੀ, ਹੁਣ 100 ਸਾਲ ਹੋ ਗਏ। ਕਮੇਟੀ ਵੱਲੋਂ ਬਣਾਏ ਕਿਸੇ ਜਥੇਦਾਰ ਨੇ ਕੋਈ ਕੌਮ ਲਈ ਕੰਮ ਕੀਤਾ ਤੇ ਉਹ ਮੈਨੂੰ ਦੱਸੋ, ਇਹਨੂੰ ਛੱਡੋ ਤੁਸੀਂ। ਇੱਥੇ ਹੋਇਆ ਕੀ ਆ? ਅਗਵਾਈ ਅਕਾਲ ਤਖਤ ਦੀ, ਪੰਥ ਤੇ ਗ੍ਰੰਥ ਦਾ ਸਿਧਾਂਤ ਉੱਥੋਂ ਸ਼ੁਰੂ ਹੁੰਦਾ, ਉੱਥੇ ਸੁਸ਼ੋਭਿਤ ਹੁੰਦਾ, ਉੱਥੋਂ ਗੁਰਮਤਾ ਹੁੰਦਾ ਤੇ ਕੌਮ ਨੂੰ ਉਹਦੀ ਰਾਹਤ ਮਿਲਦੀ। ਕੌਮ ਨੂੰ ਇੱਕ ਕਿਲਾ ਮਿਲਦਾ, ਇੱਕ ਕਿਲਾ ਮਿਲਦਾ, ਇੱਕ ਧਰੋਹਰ ਮਿਲਦੀ ਧਰਮ ਦੀ ਕਿ ਸਾਡੇ ਸਿਰ ਤੇ ਅਕਾਲ ਤਖਤ ਆ, ਸਾਡੇ ਸਿਰ ਤੇ ਪੰਥ ਤੇ ਗ੍ਰੰਥ ਆ। ਜੇ ਕੋਈ ਕੁਤਾਹੀ ਕਰੂਗਾ, ਗੁਸਤਾਖੀ ਕਰੂਗਾ ਤੇ ਇਹ ਉਹਦੇ ਗਲ 'ਚ ਸਾਫਾ ਪਾਉਣਗੇ। ਇਹ ਤੇ ਆਪ ਉਹਨਾਂ ਦੇ ਨੌਕਰ ਬਣੇ ਬੈਠੇ ਆ। ਮੈਂ ਨਾਮ ਨਹੀਂ ਲਵਾਂਗਾ, ਸਿੱਖ ਅਕਾਲ ਤਖਤ ਸਾਹਿਬ ਦੇ ਇੱਕ ਸਾਬਕਾ ਜਥੇਦਾਰ ਵਿਦੇਸ਼ ਵਿੱਚ ਜਾਂਦੇ ਨੇ ਤੇ ਜਦੋਂ ਉਹ ਜਾਂਦੇ ਨੇ ਤੇ ਉਹਨਾਂ ਨੂੰ ਬੜੇ ਤਰੀਕੇ ਜਿਹੇ ਨਾਲ ਏਅਰਪੋਰਟਾਂ ਤੇ ਰਿਸੀਵ ਕੀਤਾ ਜਾਂਦਾ। 2-4 ਉਹਨਾਂ ਦੇ ਸਹਿਯੋਗੀ ਸੱਜਣ ਜਿਵੇਂ ਚੁਬਰੀ ਕਿਸੇ ਤੋਂ ਗਏ ਹੋਣ। ਅਸੀਂ ਹੋਰ ਵੀ ਲੋਕਾਂ ਦੇ ਦੇਖਦੇ ਹਾਂ, ਦਲਾਈ ਲਾਮਾ ਜਾਂਦੇ ਨੇ, ਆਗਾ ਖਾਨ ਜਾਂਦੇ ਨੇ, ਉਹਨਾਂ ਦੇ ਪੂਰੇ ਉੱਥੇ ਦੇ ਮੰਤਰੀ ਉਹਨਾਂ ਦਾ ਸਵਾਗਤ ਕਰਦੇ ਨੇ, ਉਹਨਾਂ ਵਾਸਤੇ ਪ੍ਰੋਗਰਾਮ ਰੱਖੇ ਜਾਂਦੇ ਨੇ। ਅਸੀਂ ਕਿਉਂ ਨਹੀਂ ਪਹੁੰਚ ਸਕੇ ਇੱਥੇ? ਇਹ ਅਖਲਾਕ, ਤੁਹਾਡੀ ਜ਼ਮੀਰ, ਤੁਹਾਡਾ ਕੰਮਕਾਰ ਕਰਨ ਦਾ ਢੰਗ ਤੇ ਤੁਹਾਡੀ ਖੁਦਗਰਜੀ ਜਿਹੜੀ ਉਹਨੇ ਡੇਗ ਦਿੱਤਾ ਸਾਨੂੰ ਇੱਥੋਂ ਤੱਕ। ਹੁਣ ਅਸੀਂ ਗੱਲ ਇੱਕ ਜਿਹੜੀ ਹਰ ਇੱਕ ਦੇ ਗੱਲ ਤੇ ਜਦੋਂ ਅਸੀਂ ਵਿਚਾਰਾਂ ਦਾ ਵਖਰੇਵਾਂ ਹੋ ਸਕਦਾ, ਤੁਹਾਡਾ ਮੇਰੇ ਨਾਲ ਵੀ ਹੋ ਸਕਦਾ, ਮੇਰਾ ਤੁਹਾਡੇ ਨਾਲ ਵੀ ਹੋ ਸਕਦਾ, ਹੋਣਾ ਵੀ ਚਾਹੀਦਾ ਕਈ ਗੱਲਾਂ ਤੇ। ਪਰ ਜਦੋਂ ਮਾੜਾ ਜਿਹਾ ਵਿਖਰੇਵਾਂ ਹੁੰਦਾ ਤੇ ਅਸੀਂ ਕਹਿ ਦਿੰਦੇ ਇਹ ਤੇ RSS ਦਾ ਏਜੰਟ ਆ। ਚੰਗੇ ਸਾਡੇ ਸਿੰਘ ਸਾਹਿਬਾਨ ਵੀ ਇੱਕ ਦੂਸਰੇ ਤੇ, ਇਹ ਭਾਵੇਂ ਸਾਡੇ ਰਾਗੀਆਂ ਦੀ ਕੋਈ ਸਭਾ ਹੋਵੇ ਜਾਂ ਕੁਛ ਹੋਵੇ, ਇਹ ਤੇ RSS ਦੇ ਉਹਨਾਂ ਦੇ ਪਿੱਠੂ ਨੇ, ਫਲਾਣੇ ਨੇ। ਅਜਿਹਾ ਇੱਕਦਮ ਟੈਗ ਲਾ ਦੇਣਾ ਜਾਇਜ਼ ਆ? ਦੇਖੋ, ਇਹ ਸਾਡੇ ਕੋਲ ਹੈ ਹੀ ਕੁਛ ਨਹੀਂ ਇਹਦੇ ਇਲਾਵਾ, ਅਸੀਂ ਕੁਛ ਕਹਿ ਹੀ ਨਹੀਂ ਸਕਦੇ। ਮੈਨੂੰ ਕਦੀ ਕਿਸੇ ਸਿੱਖ ਲੀਡਰ ਨੇ ਕਿਹਾ ਕਿ ਇਹ ਕਾਂਗਰਸ ਦੀ B ਟੀਮ ਆ, ਇਹ ਕਾਂਗਰਸੀ ਆ, ਤੇ ਅਸੀਂ ਕਹਿੰਦੇ ਕਹੋ ਵੀ ਜੀ ਸਦਕੇ ਕਹੋ, ਪਰ ਸਾਨੂੰ ਦੱਸੋ ਵੀ ਅਸੀਂ ਕਦੀ ਕਿਸੇ ਕਾਂਗਰਸੀ ਦੇ ਘਰ ਗਏ ਹੋਈਏ, ਕਿਸੇ ਨਾਲ ਸਾਂਝ ਪਾਈ ਹੋਵੇ ਜੀ, ਜਾਂ ਅਸੀਂ ਕੋਈ ਪ੍ਰਾਪਤ ਕੀਤਾ ਹੋਵੇ ਉਹਨਾਂ ਤੋਂ। ਤੇ ਨਹੀਂ ਤੇ ਤੁਸੀਂ ਦੱਸੋ ਵੀ ਕੁੜੀਆਂ ਕਿਉਂ ਵਿਆਹੁੰਦੇ ਤੁਸੀਂ ਕਾਂਗਰਸੀਆਂ ਘਰ? ਤੁਸੀਂ ਅਕਾਲੀ ਦਲ ਦੇ ਪੁਰਾਣੇ ਲੀਡਰਾਂ ਦਾ ਗਲ ਘੁੱਟ ਕੇ ਤੇ ਕਾਂਗਰਸੀਆਂ ਨੂੰ MP ਦੀ ਟਿਕਟ ਕਿਉਂ ਦਿੰਦੇ ਹੋ, ਜਿਤਾਉਂਦੇ ਕਿਉਂ? ਸਾਨੂੰ ਦੱਸੋ। ਇਹ ਜਿੰਨੇ ਮਰਜ਼ੀ ਆਰੋਪ ਲਾ ਦਿਓ ਤੁਸੀਂ, ਲੇਕਿਨ ਆਰੋਪ ਹੀ ਹੁੰਦਾ ਹੈ, ਹਕੀਕਤ ਨਹੀਂ ਬਣਦੀ ਕਦੀ ਵੀ। ਅਸੀਂ ਜੇ ਸਿੱਖ ਕੌਮ ਆਪਣੇ ਆਪ ਦੇ ਵਿੱਚ ਇਹਨਾਂ ਦੇ ਮਸਲੇ ਆਪਣੇ ਅਸੀਂ ਸੋਲਵ ਕਰਨ ਜੋਗੇ ਹੋਈਏ ਤੇ ਅਸੀਂ ਆਪਣੀਆਂ ਸਮੱਸਿਆਵਾਂ ਤੇ ਕਾਬੂ ਪਾਈਏ, RSS ਇੱਕ ਸੰਸਥਾ ਦੇ ਤੌਰ ਤੇ ਸਾਡੇ ਵਿੱਚ 100 ਵਾਰੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇ, ਸਾਡਾ ਕੀ ਵਿਗਾੜ ਸਕਦੀ? ਕੁਛ ਨਹੀਂ ਵਿਗਾੜ ਸਕਦੀ, ਕੁਛ ਨਹੀਂ ਵਿਗਾੜ ਸਕਦੀ। ਇਹ ਤੁਸੀਂ ਜੇ ਪਾਤਣ ਰਹੇ ਸੁਚੇਤ, ਹਾਂਜੀ, ਜੇ ਬੇੜੀ ਦਾ ਮਲਾਹ ਠੀਕ ਸੁਚੇਤ ਹੋਵੇ ਤੇ ਉਹ ਡੁੱਬਦੀ ਨਹੀਂ। ਮੁੱਕਦੀ ਗੱਲ ਹੈ। ਡੁੱਬਦੀ ਉਦੋਂ ਜਦੋਂ ਤੁਸੀਂ ਤੁਸੀਂ ਇਹ ਹਰਾਮ ਖਾ ਲੈਂਦੇ ਹੋ, ਆਪ ਤੁਹਾਡਾ ਜਿਹੜਾ ਅਖਲਾਕ ਉਹ ਡਿੱਗ ਪੈਂਦਾ ਹੈ। ਤੁਸੀਂ ਸੋਚਦੇ ਹੋ ਸਾਨੂੰ ਕੋਈ ਨਹੀਂ ਦੇਖ ਰਿਹਾ, ਉਦੋਂ ਜਿਹੜਾ ਕੋਈ ਨੁਕਸਾਨ ਕਰ ਸਕਦਾ, ਵਰਨਾ ਨਹੀਂ ਕਰ ਸਕਦਾ। ਜੇ ਕਰੇ ਤੇ ਤੁਹਾਡੀ ਉੱਥੇ ਜ਼ਿੰਮੇਵਾਰੀ ਤੇ ਜਵਾਬਦੇਹੀ ਕੀ ਹੈ ਜੀ? ਜਿਹੜਾ ਵੀ ਕੋਈ ਵਿਅਕਤੀ ਕੰਮ ਕਰਦਾ ਹੈ, ਜਾਂ ਚਲੋ ਗੁਰੂ ਮਹਾਰਾਜ ਦੀ ਕਿਰਪਾ ਵੀ ਕਹਿ ਸਕਦੇ ਹਾਂ। ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਅਸੀਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਇੰਨਾ ਲੰਮਾ ਸਮਾਂ ਮੁੱਖ ਮੰਤਰੀ ਰਹੇ, ਸ਼ਹਿਬਾਜ਼ ਸ਼ਰੀਫ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਬਣੇ ਨੇ, ਪੰਜਾਬ ਦੇ ਲਹਿੰਦੇ ਦੇ ਮੁੱਖ ਮੰਤਰੀ ਲੰਬਾ ਸਮਾਂ ਰਹੇ। ਕਬੱਡੀ ਦੋਨੇ ਕੱਪ ਇਕੱਠੇ ਬੈਠ ਕੇ ਦੇਖਦੇ ਰਹੇ, ਕਰਵਾਉਂਦੇ ਰਹੇ, ਇੱਕ ਦੂਸਰੇ ਨਾਲ ਕੰਬਾਈਨਾਂ ਵਟਾਉਂਦੇ ਰਹੇ, ਭੇਡਾਂ ਤੇ ਮੱਝਾਂ ਤੇ ਪਤਾ ਨਹੀਂ ਹੋਰ ਕੀ ਸਾਂਝਾਂ ਪਾਈਆਂ। ਬਿਲਕੁਲ। ਇਹ ਇਮਰਾਨ ਖਾਨ ਤੇ ਸਿੱਧੂ ਦੇ ਹਿੱਸੇ ਆ, ਇਸ ਗੱਲ ਨੂੰ ਐਕਸੈਪਟ ਕਿਉਂ ਨਹੀਂ ਕਰ ਸਕੇ? ਅਸਲ 'ਚ ਜਿਹੜੀ ਪਾਕਿਸਤਾਨ ਦੀ ਡਿਮਾਂਡ ਸੀ, ਇਹ ਮੁਸ਼ਰਫ ਨੇ ਸਭ ਤੋਂ ਪਹਿਲਾਂ ਆਪ ਆਪਣੇ ਇਰਾਦੇ ਨਾਲ ਕਿਹਾ ਸੀਗਾ ਕਿ ਅਸੀਂ ਇਹ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ, ਇਹਦੀ ਸੇਵਾ ਸੰਭਾਲ ਅਸੀਂ ਇੰਡੀਆ ਨੂੰ ਦੇਣਾ ਚਾਹੁੰਦੇ ਹਾਂ ਵੀ ਅਸੀਂ ਕਾਰੀਡੋਰ ਬਣਾ ਦਿਆਂਗੇ। ਉਹ ਕਾਰੀਡੋਰ ਦੇ ਅੰਦਰੋਂ ਜਿੱਧਰੋਂ ਜਦੋਂ ਮਰਜ਼ੀ ਆਉਣ, ਜਦੋਂ ਮਰਜ਼ੀ ਜਾਣ। ਕਿੱਡਾ ਵੱਡਾ ਵਧੀਆ ਫੈਸਲਾ ਸੀ। ਉਦੋਂ ਵੀ ਮੈਂ ਬੜਾ ਰੌਲਾ ਪਾਇਆ ਸਟੇਜਾਂ ਤੋਂ। ਉਦੋਂ ਵਾਜਪਾਈ ਸਾਹਿਬ ਸੀਗੇ ਪ੍ਰਧਾਨ ਮੰਤਰੀ, ਅਡਵਾਣੀ ਜੀ ਸੀਗੇ ਹੋਮ ਮਿਨਿਸਟਰ, ਇਹ ਮੁੱਖ ਮੰਤਰੀ ਪੰਜਾਬ ਦਾ। ਤੇ ਉਦੋਂ ਵੀ ਮੈਂ ਕਿਹਾ ਸੀ ਵੀ ਤੁਹਾਨੂੰ ਕੋਈ ਦਰਦ ਆ ਜਾਂ ਕੋਈ, ਤੇ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ? ਇੱਥੋਂ ਜਗ੍ਹਾ ਲਓ, ਦੂਸਰੇ ਕੋਨੇ 'ਚੋਂ ਕਿਤੇ ਦੇ ਦਿਓ।
ਪਾਕਿਸਤਾਨ ਨੂੰ ਵੀ ਇਹ ਜਗ੍ਹਾ ਤੁਸੀਂ ਲੈ ਕੇ ਕਾਰੀਡੋਰ ਜਦੋਂ ਬਣ ਜਾਊਗਾ ਉਹਦੇ ਪਰ ਸਾਈਡਾਂ ਤੇ ਤਾਰ ਲੱਗ ਜਾਊਗੀ ਤੇ ਤੁਹਾਨੂੰ ਪਾਸਪੋਰਟ ਲੈਣ ਦੀ ਜਾਂ ਦੱਖਣ ਦੀ ਜਾਂ ਇਹ ਲਾਂਘਾ ਬਣਾਉਣ ਦੀ ਵੀ ਕੀ ਲੋੜ ਹੈ। ਤੁਸੀਂ ਜਦੋਂ ਮਰਜ਼ੀ ਜਾਓ, ਜਦੋਂ ਮਰਜ਼ੀ ਆਓ। ਤੋ ਉਹ ਗੱਲ ਚਲਦੀ ਆਈ। ਉਹਦੇ ਲਈ ਕੁਲਦੀਪ ਸਿੰਘ ਵਡਾਲਾ ਨੇ ਬੜੀ ਪੀਣ ਲਈ ਜਲੰਧਰ ਦੇ ਉਹਨਾਂ ਨੇ ਅਰਦਾਸਾਂ ਵੀ ਕੀਤੀਆਂ, ਉੱਥੇ ਜਾ ਕੇ ਸੰਗਤ ਨੂੰ ਨਾਲ ਲੈ ਕੇ ਵੀ ਪ੍ਰੋਟੈਸਟ ਕੀਤੇ। ਪਰ ਚਲੋ ਜਦੋਂ ਵੀ ਇਹ ਗੱਲ ਆਈ ਤੇ ਹਾਲੇ ਵੀ ਇਹ ਮੈਂ ਨਹੀਂ ਸਮਝਦਾ ਕਿ ਗੱਲ ਪੂਰੀ ਆ ਵੀ ਤੁਸੀਂ ਫਿਰ ਵੀ ਪਾਸਪੋਰਟ ਦੇਖੋ, ਤੁਹਾਡੇ ਪ੍ਰਸ਼ਾਦ ਨੂੰ ਕੁੱਤੇ ਸੁੰਘਦੇ ਊਣਤਾਈਆਂ ਬਹੁਤ ਨੇ, ਊਣਤਾਈਆਂ ਬਹੁਤ ਨੇ। ਤੇ ਉਹਦੇ ਵਿੱਚ ਜਿਹੜਾ ਆਮ ਪੇਂਡੂ ਆਦਮੀ ਉਹਦੇ ਤੇ ਪਾਸਪੋਰਟ ਹੀ ਨਹੀਂ ਬਣਿਆ ਜੀ। ਹਾਂਜੀ, ਤੋ ਇਹਦੇ ਵਿੱਚ ਦਿੱਕਤਾਂ ਬਹੁਤ ਨੇ। ਪਰ ਚਲੋ ਜਿੰਨਾ ਕੁ ਵੀ ਜੋ ਕੁਝ ਵੀ ਇਹ ਫੈਸਲਾ ਹੋਇਆ ਤੇ ਚੰਗਾ ਫੈਸਲਾ ਸੀ। ਠੀਕ ਹੈ ਜੀ। ਦੁੱਖ ਦੀ ਗੱਲ ਇਹ ਆ ਵੀ ਉਹਨੂੰ ਉਸ ਫੈਸਲੇ ਨੂੰ ਬਾਦਲ ਨੇ ਨਿੰਦਿਆ ਜੀ, ਕੈਪਟਨ ਨੇ ਨਿੰਦਿਆ ਤੇ ਉਹਦੇ ਬਾਵਜੂਦ ਵੀ ਉਹ ਪ੍ਰਵਾਨ ਚੜਿਆ। ਇਹ ਚੰਗੀ ਗੱਲ ਆ। ਦੇਖੋ ਯੂਰਪ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਬਾਰਡਰ ਕਿੱਥੇ ਆ ਤੇ 27-28 ਦੇਸ਼ ਇਕੱਠੇ ਹੋ ਕ੍ਰਾਸ ਕਰ ਜਾਂਦੇ ਹੋ, ਤੁਸੀਂ ਐਵੇਂ ਜੀ ਰਹੇ ਨੇ ਜੀ। ਪਰ ਤੁਸੀਂ ਇੰਨੀ ਦੁਸ਼ਮਣੀ ਰੱਖ ਕੇ ਕਰੋ ਵੀ ਕੁਛ ਨਾ, ਤੁਹਾਡੇ ਪੱਲੇ ਵੀ ਕੱਖ ਨਾ ਹੋਵੇ, ਲੜ ਵੀ ਨਾ ਸਕੋ, ਇੱਕ ਸਿੱਟਾ ਵੀ ਨਾ ਕੱਢ ਸਕੋ, ਤੇ ਫਿਰ ਤੁਸੀਂ ਪਿਆਰ ਨਾਲ ਇੱਕ ਦੂਸਰੇ ਨਾਲ ਬਿਜ਼ਨਸ ਵੀ ਨਾ ਸਾਂਝਾ ਕਰ ਸਕੋ। ਇਹ ਸਾਡਾ ਦੁਖਾਂਤ ਹੈ। ਪੰਜਾਬ ਦੀ ਰਾਜਨੀਤੀ ਬਾਰੇ ਥੋੜੀ ਜਿਹੀ ਗੱਲਬਾਤ ਕਰਦੇ ਆ ਜੀ। ਜਿਹੜਾ ਤੁਸੀਂ ਜਿਸ ਤਰ੍ਹਾਂ ਦੇ ਮੁੱਦੇ ਉਠਾਉਂਦੇ ਹੋ, ਸਿੱਖ ਸਰੋਕਾਰਾਂ ਤੱਕ ਹੀ ਸੀਮਿਤ ਰੱਖਣਾ ਚਾਹੁੰਦੇ ਹੋ, ਜਾਂ ਪੰਜਾਬ ਦੀ ਓਵਰਆਲ ਸਾਰੇ ਭਾਈਚਾਰਿਆਂ ਵਾਸਤੇ ਉਹਨਾਂ ਬਾਰੇ, ਜਾਂ ਪੰਜਾਬ ਦੇ ਪਾਣੀ ਦਾ ਮਸਲਾ, ਕਿਸਾਨੀ ਦਾ ਮਸਲਾ ਹੈ, ਸਾਡੇ ਨੌਜਵਾਨੀ ਦਾ, ਨਸ਼ਿਆਂ ਦਾ, ਹੋਰ ਇਸ ਤਰ੍ਹਾਂ ਦੇ ਪੰਜਾਬ ਦੇ ਰਿਸੋਰਸਿਸ ਖਤਮ ਕੀਤੇ ਜਾ ਰਹੇ, ਉਹਨਾਂ ਬਾਰੇ ਵੀ ਕੀ ਕਹਿਣਾ? ਦੇਖੋ ਇਹ ਜਿਹੜਾ ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕੀਤੀ, ਇਹ ਪੋਲੀਟੀਕਲ ਲੋਕਾਂ ਨੇ ਭੁਨਾਏ ਨੇ। ਇਹਦੇ ਲਈ ਬਾਲਣ ਬਣਾ ਕੇ ਸਿੱਖਾਂ ਦਾ ਭੱਠੀ 'ਚ ਪਵਾ ਕੇ ਉਹਨਾਂ ਤੇ ਫੁਲਕੇ ਸੇਕ ਕੇ ਆਪਣੇ ਬੱਚਿਆਂ ਨੂੰ ਖਵਾਏ ਨੇ। ਪਰ ਇਹ ਮੁੱਦੇ ਜਿਉਂ ਦੇ ਤਿਉਂ ਨੇ। ਇਹ ਮੁੱਦਿਆਂ ਦੇ ਉੱਤੋਂ ਇਹ ਸਾਡੇ ਲੀਡਰ ਹੋਰ ਤਰ੍ਹਾਂ ਦਾ ਲੱਗਦਾ ਸੀ, ਅੰਦਰੋਂ ਹੋਰ ਸੀ। ਅੰਦਰੋਂ ਇਸ ਲੀਡਰ ਨੇ ਆਪ ਪਾਣੀ ਦਿੱਤਾ, ਆਪ ਚੰਡੀਗੜ੍ਹ ਦੇ ਦਿੱਤਾ। ਸਾਨੂੰ ਕਹਿੰਦੇ ਲੈਣਾ, ਇਹਨੇ ਦੇ ਦਿੱਤਾ। ਨਹੀਂ ਤੇ ਦੱਸੇ ਕਿ ਇਹਨੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਵੇ, ਵਣ ਵਿਭਾਗ, ਵਿਜੀਲੈਂਸ ਵਿਭਾਗ, ਐਜੂਕੇਸ਼ਨ ਵਿਭਾਗ, ਪੰਚਾਇਤ ਵਿਭਾਗ, ਬਿਜਲੀ ਬੋਰਡ ਵਰਗੇ ਜਿਹੜੇ ਅਹਿਮ ਅਦਾਰੇ ਨੇ, ਇਹ ਚੰਡੀਗੜ੍ਹ 'ਚੋਂ ਖਾਲੀ ਕਰਕੇ ਤੁਸੀਂ ਮੋਹਾਲੀ 'ਚ ਕਿਉਂ ਲੈ ਰਹੇ? ਇਹ ਚੰਡੀਗੜ੍ਹ ਖਾਲੀ ਕਰਕੇ ਆਪਣਾ ਦਾਅਵਾ ਕਿਉਂ ਛੱਡ ਰਹੇ? ਨਵਾਂ ਚੰਡੀਗੜ੍ਹ ਬਣਾ ਲਿਆ, ਨਵਾਂ ਚੰਡੀਗੜ੍ਹ ਬਣਾ ਰਹੇ ਨੇ। ਜ਼ਮੀਨ ਆਪਣੀ ਲੈ ਕੇ ਤੇ ਚੰਡੀਗੜ੍ਹ ਉੱਤੇ ਬਣਾ ਰਹੇ ਨੇ ਇੱਕ ਹਰਾਮ ਦਾ ਪੈਸਾ ਜਿਹੜਾ ਉਹਨੂੰ ਵਾਈਟ ਕਰਨ ਲਈ, ਕਦੀ ਐਰੋ ਸਿਟੀ, ਕਦੀ ਨਿਊ ਚੰਡੀਗੜ੍ਹ, ਕਦੀ ਕੁਛ। ਔਰ ਉਹੋ ਜੀ ਸੈਂਟਰ ਸਰਕਾਰ ਆ, ਉਹੋ ਜਿਹੀਆਂ ਦੂਜੀਆਂ ਸਰਕਾਰਾਂ ਨੇ। ਕੋਈ ਆ ਕੇ ਪੁੱਛਦਾ ਹੀ ਨਹੀਂ ਹੈ ਵੀ ਤੂੰ ਇਹ ਹਰਾਮ ਕਿਉਂ ਖਾਧਾ, ਇੰਨਾ ਪੈਸਾ ਖਾਧਾ। 31,000 ਕਰੋੜ ਐਡਵਾਂਸ ਲੈ ਰਹੇ ਹੋ ਤੁਸੀਂ, ਵਾਪਸ ਨਹੀਂ ਕਰ ਰਹੇ ਕਣਕ ਦੇ ਮਾਮਲੇ ਤੇ ਕਿਸਾਨਾਂ ਨੂੰ ਦੇਣ ਲਈ। ਉਹ ਅੱਜ ਤੁਸੀਂ ਜਦੋਂ ਚੱਲੇ ਹੋ ਘਰ ਨੂੰ ਤੁਰ ਜਾਣ ਲੱਗੇ ਹੋ ਵੀ ਅਸੀਂ ਤੇ ਹੁਣ ਜਿੱਤ ਨਹੀਂ ਰਹੇ, ਤੇ ਉਹਨੂੰ ਤੁਸੀਂ ਲਿਮਿਟ ਬਣਾ ਕੇ ਕਰਜ਼ਾ ਬਣਾ ਕੇ ਚੜਾ ਜਾਓ। ਉਹ ਅੱਜ 87,000 ਕਰੋੜ ਰੁਪਈਆ ਅਸੀਂ ਜਿਹੜੀ ਲਿਮਿਟ ਬਣਾ ਕੇ ਕਰਜ਼ਾ ਕਿਸ਼ਤਾਂ ਬਣੀਆਂ ਨੇ, 87,000 ਕਰੋੜ ਦੇ ਰੂਪ 'ਚ ਵਾਪਸ ਕਰਨਾ ਸੈਂਟਰ ਨੂੰ। ਉਹ ਕਦੋਂ ਹੋਵੇਗਾ? ਤੇ ਇਹ ਕੋਈ ਪੁੱਛਦਾ ਹੀ ਨਹੀਂ। ਇਹ ਕੋਈ ਪੁੱਛਦਾ ਨਹੀਂ। ਮਾੜਾ ਜਿਹਾ ਮੁਲਾਜ਼ਮ ਕੋਈ ਰਿਸ਼ਵਤ ਲੈ ਲੇ ਤੇ ਉਹਦੀ ਸਾਰੀ ਜ਼ਿੰਦਗੀ ਟੰਗ ਕੇ ਪਾਸੇ ਮਾਰਦੇ ਨੇ ਉਹਨੂੰ। ਇਹਨਾਂ ਨੂੰ ਕੌਣ ਪੁੱਛੂਗਾ? ਅੱਜ ਕਿਸੇ ਮਾਲ 'ਚ ਨਿਕਲ ਜਾਓ, ਬਾਜ਼ਾਰ 'ਚ ਨਿਕਲ ਜਾਓ, ਹਰ ਦੂਸਰੀ ਤੀਸਰੀ ਸ਼ਾਪ ਜਿਹੜੀ ਉਹ ਆਈਲੈਟ ਸੈਂਟਰ ਹੈ, ਬਾਹਰ ਜਾਣ ਦੇ ਵੀਜ਼ੇ ਲਗਵਾਉਣ ਦੇ ਕੇਂਦਰ ਨੇ। ਇਹ ਸਾਡੇ ਨਾਕਾਮੀ, ਸਾਡੀ ਲੀਡਰਸ਼ਿਪ ਦੀ। ਕਿੱਥੇ ਤੇ ਪੰਜਾਬ ਦਾ ਬੱਚਾ ਬਾਹਰ ਜਾਂਦਾ ਸੀ ਤੇ ਇੱਥੇ ਜ਼ਮੀਨ ਵੱਧਦੀ ਸੀ ਉਹਦੀ ਘਰ ਦੀ, ਨਾਲ 2 ਕਿੱਲੇ ਜੁੜਦੇ ਸੀ, ਘਰ ਚੰਗਾ ਬਣਦਾ ਸੀ। ਕਿੱਥੇ ਆ ਜ਼ਮੀਨ ਵਿਕਦੀ ਆ, ਫਿਰ ਉਹ ਬੱਚਾ ਬਾਹਰ ਜਾਂਦਾ। ਐਜੂਕੇਸ਼ਨ ਖਤਮ ਹੋ ਗਈ। ਐਜੂਕੇਸ਼ਨ 10ਵੀਂ ਪਾਸ ਕਰਕੇ ਫੇਲ ਕਰਕੇ ਸਕੂਲ ਛੱਡ ਰਹੇ ਨੇ ਬੱਚੇ, ਕਿਉਂਕਿ ਗੁਰਬਤ ਆ, ਪੈਸਾ ਹੈ ਨਹੀਂ। ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਈਸਾਈ ਪੜ੍ਹਾ ਰਹੇ ਨੇ, ਉਹਨਾਂ ਦੀ ਫੀਸਾਂ ਮਾਫ ਕਰ ਰਹੇ ਨੇ, ਉਹ ਈਸਾਈ ਬਣ ਰਹੇ ਨੇ। ਇਹ ਸਾਡੇ ਪੰਜਾਬ 'ਚ ਹੋ ਰਿਹਾ। ਨਵੀਂ ਸਰਕਾਰ ਤੋਂ ਕੋਈ ਉਮੀਦ ਹੈ ਤੁਹਾਨੂੰ? ਇਹ ਦੇਖੋ, ਇਹ ਕੋਈ ਕੰਮ ਕਰਨਗੇ ਤੇ ਸਾਨੂੰ ਪਤਾ ਲੱਗੂਗਾ। ਫਿਰ ਵੀ ਥੋੜੀ ਅਸੀਂ ਦੇਖੋ, ਇੱਕ ਤੇ ਸਾਡਾ ਪਹਿਲਾ ਰਾਈਟ ਆ ਕਿ ਇਹ ਇਲੈਕਸ਼ਨ ਹੋਣ। ਉਸ ਇਲੈਕਸ਼ਨ ਲਈ ਕਿੰਨੀ ਕੁ ਪੇਨ ਲੈਂਦੇ ਆ, ਕੀ ਕੁਛ ਕਰਦੇ ਆ, ਇਹਦੇ ਲਈ ਅਸੀਂ ਦੇਖਾਂਗੇ। ਕਿਸਾਨ ਅੰਦੋਲਨ ਹੋਇਆ, ਪੰਜਾਬ ਤੇ ਨਸ਼ਈ ਹੋਣ ਦਾ ਇਲਜ਼ਾਮ ਲੱਗਾ, ਕੁੜੀ ਮਾਰ ਹੋਣ ਦਾ ਇਲਜ਼ਾਮ ਲੱਗਾ ਪੰਜਾਬ ਤੇ, ਵਿਦੇਸ਼ਾਂ ਨੂੰ ਚਲੇ ਜਾਂਦੇ ਨੇ ਧੀਆਂ ਭੈਣਾਂ ਨਾਲ ਵਿਆਹ ਕਰਾ ਕੇ, ਹੋਰ ਬਹੁਤ ਕੁਝ ਹੋਇਆ। ਪਰ ਕਿਸਾਨ ਅੰਦੋਲਨ ਤੋਂ ਕੋਈ ਆਸ ਬਚਦੀ ਹੈ ਤੁਹਾਨੂੰ? ਕੋਈ ਸਿਲਵਰ ਲਾਈਨਿੰਗ ਨਜ਼ਰ ਆਉਂਦੀ ਹੈ ਕਿ ਵਾਕਿਆ ਕੁਛ ਕਿਸੇ ਮੁੱਦੇ ਤੇ ਪੰਜਾਬੀ ਜਾਂ ਪੰਜਾਬ ਜਾਂ ਸਿੱਖ ਇਕੱਤਰ ਹੋ ਕੇ ਕੋਈ ਗੱਲ ਆਪਣੀ ਮਨਵਾ ਸਕਦੇ ਨੇ, ਜਾਂ ਕੁਝ ਦਮ ਹੈ? ਦੇਖੋ, ਜਿਹੜਾ ਮੁੱਦਾ ਸੀਗਾ ਉਹਦੇ ਵਿੱਚ ਲੀਡਰਸ਼ਿਪ ਹੈ ਨਹੀਂ ਸੀ ਜੀ। ਉਹਦੇ ਵਿੱਚ ਆਮ ਪਬਲਿਕ ਸੀ, ਆਮ ਪਬਲਿਕ ਦੇ ਢਿੱਡ ਨਾਲ ਜੁੜਿਆ ਹੋਇਆ ਮੁੱਦਾ ਸੀ, ਤੇ ਉਹ ਸਿਰੜ ਦੇ ਨਾਲ ਬੈਠ ਗਏ
ਤੇ ਚੰਗੀ ਗੱਲ ਹੈ ਵੀ ਸਾਰੇ ਸਮਾਜ ਨੇ ਉਹਨਾਂ ਨੂੰ ਵੈਲਕਮ ਕੀਤਾ, ਉਹਨਾਂ ਦੀ ਇੱਜ਼ਤ ਕੀਤੀ, ਉਹਨਾਂ ਨੇ ਸਪੋਰਟ ਕੀਤੀ। ਜੇ ਆ ਜਿਹੜੇ ਸਾਡੇ ਕੌਮੀ ਮੁੱਦੇ ਨੇ ਇਹਦੇ ਵਿੱਚ ਇੰਨਾ ਜ਼ਿਆਦਾ ਸ਼ਾਮਲ ਨਹੀਂ ਹੁੰਦਾ। ਜਿੰਨਾ ਮਰਜ਼ੀ ਕੂਕਦੇ ਰਹੋ, ਜਿੰਨਾ ਮਰਜ਼ੀ ਕਰਦੇ ਰਹੋ, ਉਹਦੀ ਵਜ੍ਹਾ ਨਾਲ ਅਸੀਂ ਇਹ ਥੋੜ੍ਹੀ ਜਿਹੀ ਗਿਣਤੀ 'ਚ ਰਹਿ ਕੇ ਆਪਣੀ ਗੱਲ ਨਹੀਂ ਮਨਵਾ ਪਾਉਂਦੇ। ਸਾਡੇ ਜਿਹੜੇ ਰਾਈਟ ਨੇ, ਸਾਡਾ ਜਿਹੜਾ ਹੱਕ ਬਣਦਾ ਉਹ ਸਾਨੂੰ ਮਿਲਦਾ ਨਹੀਂ। ਸਰਕਾਰ ਨੂੰ ਕਿਤੇ ਕੋਈ ਤਕਲੀਫ ਨਹੀਂ ਹੁੰਦੀ ਸਾਡੇ ਕਿਸੇ ਅੰਦੋਲਨ ਤੋਂ। ਹਾਂਜੀ, ਇਹ ਜਿਹੜੀ ਰਾਜਨੀਤੀ ਹੈ ਸਾਡੀ, ਗੰਦੀ ਸਿਆਸਤ ਜਿਹੜੀ ਆ, ਉਹਦੇ ਵਿੱਚ ਇਹ ਆ ਵੀ ਕੋਈ ਉੱਠੇ ਤੇ ਉਹਨੂੰ ਚਾਰ ਚੁਫੇਰੋਂ ਘੇਰਨ ਲਈ ਛੱਡ ਦਿੱਤੇ ਜਾਂਦੇ ਨੇ ਕੋਈ ਆਪਣੇ ਸੋਰਸ, ਵੀ ਜਿਹੜੇ ਇਹਨੂੰ ਨੀਵਾਂ ਦਿਖਾਓ, ਇਹਨੂੰ ਘਟੀਆ ਸਾਬਿਤ ਕਰੋ, ਤੇ ਉਹਨੂੰ ਫੇਲ ਕਰਨ ਲਈ ਤਾਂ ਬਹੁਤ ਜੁਗਤਾਂ ਚੱਲਦੀਆਂ ਨੇ, ਪਰ ਸਪੋਰਟ ਕਰਨ ਲਈ ਘੱਟ ਲੋਕ ਅੱਗੇ ਆਉਂਦੇ। ਜਿਵੇਂ ਕੈਨੇਡਾ ਦੀ ਅਸੀਂ ਗੱਲ ਕਰਦੇ ਹਾਂ, ਸਾਡਾ ਚੈਨਲ ਵੀ ਉੱਥੇ ਚੱਲਦਾ, ਦਰਸ਼ਕ ਦੇਖਦੇ ਨੇ। ਕੈਨੇਡਾ ਦੇ ਵਿੱਚ ਇਸ ਵੇਲੇ ਬਹੁਤ ਸਾਰਾ ਨੌਜਵਾਨ ਜਾ ਰਿਹਾ, ਉੱਥੇ ਦੀ ਸਰਕਾਰ ਸੱਦ ਵੀ ਰਹੀ ਹੈ, ਆਪਣੀ ਜ਼ਿੰਦਗੀ ਸਵਾਰ ਵੀ ਰਹੇ ਨੇ, ਕੋਈ ਊਣਤਾਈਆਂ ਵੀ ਰਹਿ ਜਾਂਦੀਆਂ ਨੇ। ਫਿਰ ਵੀ ਜਦੋਂ ਕੈਨੇਡਾ ਸਰਕਾਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਦੇ ਡਿਫੈਂਸ ਮਿਨਿਸਟਰ ਆਉਂਦੇ ਨੇ ਭਾਰਤ, ਹਰਜੀਤ ਸਿੰਘ ਸੱਜਣ ਆਉਂਦੇ ਨੇ, ਸਾਬਤ ਸੂਰਤ ਸਿੱਖ ਨੇ ਔਰ ਫੌਜੀ ਨੇ ਜੀ, ਔਰ ਜਸਟਿਨ ਟਰੂਡੋ ਆਉਂਦੇ ਨੇ। ਕੀ ਪੰਜਾਬ ਸਰਕਾਰ, ਕੀ ਕੇਂਦਰ ਸਰਕਾਰ ਉਹਨਾਂ ਨੂੰ ਮੂੰਹ ਤੱਕ ਨਹੀਂ ਲਾਉਂਦੇ, ਸਗੋਂ ਹੋਰ ਗੱਲਾਂ ਉਹਨਾਂ ਨਾਲ ਕੀਤੀਆਂ ਜਾਂਦੀਆਂ ਨੇ? ਕੀ ਕਹਿਣਾ ਚਾਹੋਗੇ? ਇਹ ਇੱਕ ਤਾਂ ਇਹ ਮੈਂ ਸਮਝਦਾ ਇਹ ਇਨਸਲਟ ਕੀਤੀ ਆ ਜਿਹੜੀ ਆ ਸੱਜਣ ਦੀ ਤੇ ਟਰੂਡੋ ਦੀ, ਇਹ ਨਹੀਂ ਹੋਣੀ ਚਾਹੀਦੀ। ਤੋ ਖਾਸ ਕਰਕੇ ਸਰਕਾਰ ਕਰੇ, ਦਿੱਲੀ ਸਰਕਾਰ ਕਰੇ, ਲੇਕਿਨ ਸਿੱਖਾਂ ਨੂੰ ਚਾਹੀਦਾ ਸੀਗਾ ਗਰਮਜੋਸ਼ੀ ਨਾਲ ਉਹਨਾਂ ਦਾ ਵੈਲਕਮ ਕਰਦੇ ਤੇ ਉਹਨਾਂ ਨੂੰ ਜੀ ਐ ਕਹਿੰਦੇ। ਸਿੰਘ ਸਾਹਿਬ, ਸਮਾਂ ਦਿੱਤਾ ਤੁਸੀਂ, ਬਹੁਤ ਬਹੁਤ ਧੰਨਵਾਦ। ਕੋਈ 2-4 ਲਫ਼ਜ਼ ਤੋਂ ਗੱਲਾਂ ਬਾਤਾਂ ਕੋਈ ਕਰਨੀਆਂ ਚਾਹੋ ਤੁਸੀਂ ਸਾਡੇ ਨੌਜਵਾਨੀ ਲਈ, ਸਾਡੇ ਹੋਰ ਪੰਜਾਬ ਵਾਸੀਆਂ ਲਈ, ਜਿਹਨਾਂ ਨਾਲ ਕੋਈ ਸਾਡਾ ਭਵਿੱਖ ਸਿੱਖ ਕੌਮ ਦਾ ਜਾਂ ਸਾਰੇ ਪੰਜਾਬ ਦਾ ਖੁਸ਼ਹਾਲੀ ਕੋਈ ਵਾਪਸ ਆ ਸਕੇ? ਸਾਡਾ ਭਵਿੱਖ ਸਾਡੇ ਗੁਰੂ ਸਾਹਿਬ ਨਾਲ ਜੁੜਿਆ। ਗੁਰੂ ਸਾਹਿਬ ਦੀ ਵਿਚੋਲਗੀ ਸਾਨੂੰ ਮਿਲੂਗੀ ਤਾਂ ਸਾਡਾ ਜੀਵਨ ਸਫਲ ਹੋਣਾ, ਕਿਉਂਕਿ ਦਰਗਾਹ ਦਾ ਵਿਚੋਲਾ ਆਤਮਾ ਤੇ ਪਰਮ ਪਿਤਾ ਪਰਮਾਤਮਾ ਦੇ ਵਿਚਕਾਰ ਕੋਈ ਵਿਚੋਲਾ ਇੱਥੇ ਗੁਰੂ ਸਾਹਿਬ ਨੇ। ਤੇ ਗੁਰੂ ਸਾਹਿਬ ਨੇ ਆਪਣੀ 240 ਸਾਲ ਦੀ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੀ ਸ਼ਹਾਦਤ, ਗੁਰਪਿਤਾ ਗੁਰਦਾਦੇ ਦੀ ਸ਼ਹਾਦਤ ਦੇ ਵਿੱਚ ਸਾਨੂੰ ਦੇਣ ਤੋਂ ਬਾਅਦ ਵੀ ਆਪਣੇ ਬੱਚਿਆਂ ਲਈ ਕੁਝ ਸੁਰੱਖਿਅਤ ਨਹੀਂ ਕੀਤਾ, ਬਲਕਿ ਉਹਦੇ ਮਾਸੂਮ ਬੱਚਿਆਂ ਨੇ ਬਿਨਾਂ ਕਿਸੇ ਐਡਵਾਈਸ ਤੋਂ ਇੱਕ ਬੜਾ ਦ੍ਰਿੜਤਾ ਨਾਲ ਫੈਸਲਾ ਲਿਆ ਕਿ ਅਸੀਂ ਦਾਦੇ ਦੀ ਤਰ੍ਹਾਂ ਸ਼ਹੀਦ ਹੋਵਾਂਗੇ, ਅਸੀਂ ਇਸਲਾਮ ਕਬੂਲ ਨਹੀਂ ਕਰਦੇ। ਉਹ ਸਾਡੀ ਕੌਮ ਨੂੰ ਜ਼ਿੰਦਗੀ ਦਿੱਤੀ ਉਹਨਾਂ ਨੇ। ਉਹ ਜਿਹੜਾ ਮਿਸ਼ਨ ਦਿੱਤਾ, ਖਾਲਸਾ ਮਿਸ਼ਨ, ਜਿਸ ਮਿਸ਼ਨ ਨੂੰ ਉਹਨਾਂ ਨੇ ਨਾ ਤਿਆਗਣ ਬਦਲੇ ਸੁਰੀਆਂ ਸ਼ਹਾਰੀਆਂ ਕੋਹ ਕੇ ਮਰੇ। ਬੰਦਾ ਸਿੰਘ ਬਹਾਦਰ ਦੇ ਟੋਟੇ ਕੀਤੇ ਗਏ, ਉਹਦੇ ਬੱਚੇ ਦਾ ਪੇਟ ਚਾ ਕੀਤਾ ਗਿਆ, ਲੇਕਿਨ ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ, ਆਪਣਾ ਦਸਮ ਪਿਤਾ ਦਾ ਧਰਮ ਨਹੀਂ ਹਾਰਿਆ। ਉਹ ਜਿਹੜਾ ਧਰਮ ਹੈ ਉਹ ਸਾਡਾ ਮੂਲ ਆ। ਉਸ ਮੂਲ ਦੇ ਨਾਲ ਲੱਗ ਕੇ ਜਿਉ, ਆਪਣੀ ਜ਼ਿੰਦਗੀ ਜਿਉ ਤੇ ਉਸ ਕੌਮ ਦੀ ਜ਼ਿੰਦਗੀ ਨੂੰ, ਉਸ ਖਾਲਸਾ ਧਰਮ ਦੀ ਜ਼ਿੰਦਗੀ ਨੂੰ ਸੋਹਣਾ ਬਣਾਓ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਇਸ ਕੌਮ ਦੇ ਵਿੱਚ ਜਨਮ ਲੈਣ ਵਾਲੇ ਮਹਿਸੂਸ ਕਰਨ ਕਿ ਸਾਡੇ ਵੱਡਿਆਂ ਨੇ ਸਾਡੇ ਲਈ ਕੁਝ ਕੀਤਾ। ਪੰਜਾਬ ਦੇ ਮੌਜੂਦਾ ਲੀਡਰਾਂ ਦੇ ਵਿੱਚੋਂ ਕੋਈ 1-2 ਜਿਹੜੇ ਤੁਸੀਂ ਸਮਝਦੇ ਹੋ ਕਿ ਮਾੜੀ ਮੋਟੀ ਸਿੱਖਾਂ ਦੀ ਰਹਿਨੁਮਾਈ ਕਰ ਸਕਦੇ ਨੇ ਜਾਂ ਨੁਮਾਇੰਦਾ ਜਮਾਤ ਇਹਨਾਂ ਦੀ ਬਣ ਸਕਦੇ ਨੇ? ਸਰ ਸਿਮਰਨਜੀਤ ਸਿੰਘ ਮਾਨ ਨੇ, ਜਿਵੇਂ, ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਖਸੀਅਤ? ਇੱਕ ਤਾਂ ਮੇਰੇ ਨਾਲੋਂ ਹਰੇਕ ਸਿੱਖ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਸਾਰਾ ਕੁਝ ਚੰਗੀ ਤਰ੍ਹਾਂ ਜਾਣਦੇ ਨੇ ਕੌਣ ਕਿੱਥੇ ਖੜਾ। ਕਿਸੇ ਵੀ ਲੀਡਰ ਲਈ ਛਾਨਣਾ ਲੱਗ ਚੁੱਕਾ, ਅਜਮਾਏ ਗਏ ਨੇ, ਬਾਰ-ਬਾਰ ਅਜਮਾਏ ਗਏ ਨੇ, ਸਭ ਨੂੰ ਪਤਾ ਕੌਣ ਕਿੱਥੇ ਖੜਾ। ਇਹ ਤੇ ਵੋਟਾਂ ਪੈਣ ਤੇ ਪ੍ਰਬੰਧਕ ਕਮੇਟੀ ਦੀਆਂ, ਤੇ ਉਹਦੇ ਵਿੱਚ ਸਿੱਖ ਆਵਾਮ ਜਿਹੜਾ ਉਹ ਤੈਅ ਕਰੇ ਵੀ ਸਾਡਾ ਲੀਡਰ ਜਿਹੜਾ ਕੋਈ ਸਿਦਕ ਨਾ ਰਿਹਾ ਤੇ ਉਹ ਕਿਹੜਾ, ਤੇ ਅਸੀਂ ਕਿਸੇ ਨੂੰ ਵਿਸ਼ਵਾਸ ਕਰਨਾ ਤੇ ਕਿਹਦੇ ਤੇ ਕਰਨਾ, ਤੇ ਗੱਲ ਸਿਰੇ ਲੱਗ ਜਾਂਦੀ ਆ। ਵਰਨਾ ਮੇਰੇ ਜਾਂ ਤੁਹਾਡੇ ਕਹਿਣ ਨਾਲ ਕੋਈ ਗੱਲ ਨਹੀਂ ਬਣਦੀ। ਸਿੰਘ ਸਾਹਿਬ, ਰਣਜੀਤ ਸਿੰਘ ਮੇਰੇ ਸਾਹਮਣੇ ਬੈਠੇ ਨੇ, ਇਹਨਾਂ ਦੇ ਬਾਰੇ ਕਿਹਾ ਜਾਂਦਾ ਬੇਬਾਕ ਬੋਲਦੇ ਨੇ, ਪੰਜਾਬ ਦੇ ਮੁੱਦੇ ਉਠਾਉਂਦੇ ਨੇ ਜੀ, ਤੇ ਪਰ ਜਥੇਬੰਦਕ ਤੌਰ ਤੇ ਕੋਈ ਇਸ ਤਰ੍ਹਾਂ ਦੀ ਸੰਸਥਾ ਨਾਲ ਜਾਂ ਕਿਸੇ ਨਾਲ ਕੋਈ ਨਹੀਂ ਹੈ, ਇੰਡੀਵਿਜੂਅਲੀ ਸਾਰਾ ਕੁਝ ਕਰ ਰਹੇ ਨੇ? ਨਹੀਂ, ਅਸੀਂ ਅਕਾਲੀ ਪੰਥਕ ਲਹਿਰ 4 ਸਾਲ ਹੋ ਗਏ ਬਣਾਈ ਨੂੰ ਜੀ, ਲੱਭ ਕੇ ਕੋਈ ਤੁਰੇ ਜੀ। ਸਾਨੂੰ ਤੁਹਾਡੇ ਰੇਡੀਓ ਤੋਂ ਬਾਹਰ ਹੋ ਕੇ ਤੁਸੀਂ ਕਿਉਂ ਨਹੀਂ ਤੁਰਦੇ, ਤੁਸੀਂ ਕਿਉਂ ਨਹੀਂ ਤੁਰਦੇ? ਮੈਂ ਉਹਨਾਂ ਨੂੰ ਕਹਿਣਾ ਮੇਰੇ ਕੋਲ ਪੈਸਾ ਹੈ ਨਹੀਂ, ਮੇਰੇ ਕੋਲ ਸਾਧਨ ਹੈ ਨਹੀਂ, ਮੈਂ ਬੈਕ ਕਰ ਸਕਦਾ, ਠੀਕ ਹੈ, ਲੇਕਿਨ ਮੈਂ ਪਿਛਲੇ 4 ਸਾਲ ਤੱਕ ਦੇਖਿਆ, 44 ਸਾਲ ਮੈਨੂੰ ਇਸ ਫੀਲਡ 'ਚ ਹੋ ਗਏ ਆ, ਪਰ ਸਾਨੂੰ ਕਿਤੇ ਜਿਹਦੇ ਨਾਲ ਤੁਰਦੇ ਹੋ ਸਾਡੀਆਂ ਲੱਤਾਂ ਵੱਢਦਾ, ਜਿਹਨੂੰ ਅਸੀਂ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦੇ ਉਹ ਸਾਡਾ ਗਲ ਵੱਢਦਾ, ਸਾਡੇ ਛੁਰੀ ਲੈ ਕੇ ਪਿੱਛੋਂ ਆਉਂਦਾ। ਤਾਂ ਉਹਦੇ 'ਚ ਅਸੀਂ ਕੁਛ ਅਕਾਲੀ ਖਾਨਦਾਨ ਨਾਲ ਜੁੜੇ ਹੋਈਆਂ ਸ਼ਖਸੀਅਤਾਂ, ਜਿਹੜੇ ਰਿਟਾਇਰ ਅਫਸਰ ਸੀ, ਉਹਨਾਂ ਨੂੰ ਲੈ ਕੇ ਇੱਕ ਸੰਸਥਾ ਬਣਾਈ, ਪੰਥਕ ਅਕਾਲੀ ਲਹਿਰ।
ਅਸੀਂ ਨਰੋਲ ਧਰਮ ਦੀ ਗੁਰੂ ਦਸਮ ਪਾਤਸ਼ਾਹ ਦੇ ਖਾਲਸਾ ਮਿਸ਼ਨ ਦੀ ਸੇਵਾ ਲਈ ਇਹ ਬਣਾਈ ਆ ਤੇ ਨਰੋਲ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੱਕ ਅਸੀਂ ਸੀਮਤ ਰਹਿਣਾ, ਰਾਜਨੀਤੀ ਨਹੀਂ ਕਰਨੀ। ਅਸੀਂ ਸਿੱਖਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਕਿਸੇ ਵੀ ਪਾਰਟੀ 'ਚੋਂ ਆਪਣੀ ਰਾਜਨੀਤੀ ਕਰਦੇ ਰਹੋ, ਲੇਕਿਨ ਧਰਮ ਦੀ ਵੋਟ ਤੁਸੀਂ ਸਰੂਪ ਰੱਖਿਆ ਗੁਰੂ ਦਾ, ਗੁਰੂ ਨੂੰ ਮੱਥਾ ਟੇਕਦੇ ਹੋ, ਧਰਮ ਨੂੰ ਪਿਆਰ ਕਰਦੇ ਹੋ, ਤੇ ਉਹ ਧਰਮ ਨੂੰ ਸੰਭਾਲਣ ਲਈ ਨਰੋਲ ਸਾਡੇ ਧਰਮ ਦੀ ਜਿਹੜੀ ਵੋਟ ਆ ਉਹ ਸਾਨੂੰ ਦਿਓ, ਉਹ ਸਾਨੂੰ ਪਾਓ। ਅਸੀਂ ਤੁਹਾਨੂੰ ਨਿਜ਼ਾਮ ਦੇਵਾਂਗੇ, ਅਸੀਂ ਤੁਹਾਨੂੰ ਸਿਧਾਂਤ ਪ੍ਰਭੂ ਸੱਤਾ ਸੰਪੰਨ ਜਿਹੜੇ ਅਕਾਲ ਤਖਤ ਤੇ ਹੋਣਾ ਚਾਹੀਦਾ, ਜਿਹੜਾ ਪੰਥ ਤੇ ਗ੍ਰੰਥ ਦਾ ਹੋਣਾ ਚਾਹੀਦਾ, ਉਹ ਕਰਕੇ ਦਿਖਾਵਾਂਗੇ। ਅਸੀਂ ਤੁਹਾਨੂੰ ਗੁਰੂ ਦੀ ਗੋਲਕ ਜਿਹੜੀ ਆ ਐਜੂਕੇਸ਼ਨ ਤੇ ਲਾ ਕੇ ਦਿਖਾਵਾਂਗੇ। ਅਸੀਂ ਤੁਹਾਨੂੰ ਗੁਰੂ ਦੀ ਗੋਲਕ ਦੇ ਵਿੱਚੋਂ ਹੈਲਥ ਲਈ ਹਸਪੀਟਲ ਬਣਾ ਕੇ ਦਿਖਾਵਾਂਗੇ, ਉਹ 'ਚ ਇਲਾਜ ਹੁੰਦਾ ਦੇਖੋਗੇ। ਅਸੀਂ ਤੁਹਾਨੂੰ ਯਾਤਰੂ ਲਈ ਕਮਰੇ ਮਿਲਦੇ ਦਿਖਾਵਾਂਗੇ। ਠੀਕ ਹੈ ਜੀ। ਅਸੀਂ ਤੁਹਾਨੂੰ ਗੁਰੂ ਦੀਆਂ ਜਾਇਦਾਦਾਂ ਜਿਹੜੀਆਂ ਨੇ ਲੀਜ਼ ਤੇ ਲੈ ਗਏ ਨੇ ਇਹ ਲੋਕ ਜਿਹੜੇ ਲੀਡਰ ਲੈ 100 ਏਕੜ ਜ਼ਮੀਨ 1 ਰੁਪਈਆ ਲੀਜ਼ ਤੇ, ਉਹ ਵਾਪਸ ਲਿਆ ਕੇ ਦਿਖਾਵਾਂਗੇ। ਠੀਕ ਹੈ ਜੀ। ਜਿਹੜੇ ਲੀਡਰਾਂ ਨੇ ਆਪਣੇ ਨਾਂ ਦੀ ਲੀਜ਼ ਲੈ ਕੇ ਤੇ ਉੱਤੇ ਵੱਡੀਆਂ ਵੱਡੀਆਂ ਸੰਸਥਾਵਾਂ ਖੜੀਆਂ ਕੀਤੀਆਂ ਨੇ, ਨਾਂ ਪ੍ਰਬੰਧਕ ਕਮੇਟੀ ਦਾ ਤੇ ਮਾਲਕ ਆਪ, ਉਹ ਨੰਗੀਆਂ ਕਰਾਂਗੇ। ਠੀਕ ਹੈ ਜੀ। ਸਰਾਵਾਂ ਦੇ ਵਿੱਚ ਫੌਜਾਂ ਨਹੀਂ ਰਹਿਣਗੀਆਂ, ਪੁਲਿਸ ਨਹੀਂ ਰਹੂਗੀ, ਸਿੱਖ ਰਹਿਣਗੇ। ਅਸੀਂ ਇਹ ਕਰਕੇ ਦਿਖਾਵਾਂਗੇ ਜੇ ਤੁਸੀਂ ਸਾਡੇ 'ਤੇ ਯਕੀਨ ਕਰੋਗੇ। ਪਰ ਅਸੀਂ ਵੀ ਭਰੋਸਾ ਦਿੰਦੇ ਹਾਂ ਵੀ ਅਸੀਂ ਜਦੋਂ ਤੁਸੀਂ ਸਾਨੂੰ ਸੇਵਾ ਦਿੰਦੇ ਹੋ, ਅਸੀਂ ਇਹ 'ਚ ਰਾਜਨੀਤੀ ਨਹੀਂ ਕਰਾਂਗੇ, ਨਾ ਕਰਨ ਦੇਵਾਂਗੇ। ਠੀਕ ਹੈ ਜੀ। ਮੈਂ ਇੱਕ ਇੱਕ ਕਰਕੇ ਆਖਰੀ ਕਹਿ ਕੇ 2-3 ਸਵਾਲ ਪੁੱਛ ਲੈਣੇ। ਸਮਾਂ ਦਿੱਤਾ, ਬਹੁਤ ਮਿਹਰਬਾਨੀ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।